ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀਓ ਆਇਆ। ਤੋ ਸਤਿਗੁਰੂ ਦੀ ਕਿਰਪਾ ਅਨੁਸਾਰ ਇਹ ਪ੍ਰੋਗਰਾਮ ਜੋ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਤਕਰੀਬਨ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਤੀਸਰਾ ਸਾਲ ਸ਼ੁਰੂ ਹੈ ਜੀ। ਤੋ ਹਰ ਰੋਜ਼ ਇੱਕ ਟੌਪਿਕ ਲੈ ਕੇ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਈਦਾ। ਔਰ ਪਿਛਲੇ ਕੁਝ ਸਮੇਂ ਤੋਂ ਸਰ ਤੇਜਿੰਦਰ ਸਿੰਘ ਜੀ ਸਾਨੂੰ ਸਾਡੇ ਇਤਿਹਾਸ ਦੇ ਨਾਲ ਜਾਣੂ ਕਰਾ ਰਹੇ ਨੇ। ਔਰ ਇਤਿਹਾਸ ਦੇ ਅਹਿਮ ਪੱਖ ਜਿਹੜੇ ਨੇ ਉਹਨਾਂ 'ਤੇ ਉਹ ਬੜੀ ਮਿਹਨਤ ਨਾਲ ਉਹਦੀ ਰਿਸਰਚ ਕਰਕੇ ਸਾਡੇ ਸਾਹਮਣੇ ਫੈਕਟ ਰੱਖਦੇ ਨੇ। ਤੋ ਪਿਛਲੇ ਹਫ਼ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਬਾਰੇ, ਦਰਬਾਰ ਸਾਹਿਬ ਦੀ ਮਰਿਆਦਾ, ਉਹਦੇ ਬਾਰੇ ਕਾਫੀ ਕੁਝ ਦੱਸਿਆ ਸੀ। ਪਰ ਇਹ ਵਿਸ਼ਾ ਲੰਬਾ ਹੈ। ਅੱਜ ਫੇਰ ਉਹ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਉਸੇ ਸਬਜੈਕਟ 'ਤੇ ਸਾਨੂੰ ਜਾਣੂ ਕਰਾਉਣਗੇ। ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਕਿਰਪਾ ਕਰੋ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਆਪ ਨਿਭਾਓ ਜੀ। ਸਰਦਾਰ ਤੇਜਿੰਦਰ ਸਿੰਘ ਜੀ, ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤਿ ਕਲਾਸ USA ਦੇ ਨਾਲ ਜੁੜ ਬੈਠੀ ਗੁਰੂ ਪਿਆਰਿਓ, ਆਪ ਜੀ ਦੇ ਨਾਲ ਅਸੀਂ ਇੱਕ ਬੜੇ ਹੀ ਇੰਪੋਰਟੈਂਟ ਵਿਸ਼ੇ ਤੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਦੇ ਆ ਰਹੇ ਹਾਂ। ਔਰ ਉਹ ਵਿਚਾਰਾਂ ਹਨ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਜਿਹੜਾ ਸਿੱਖਾਂ ਦਾ ਕੇਂਦਰੀ ਸਥਾਨ ਹੈ, ਉਸ ਕੇਂਦਰੀ ਸਥਾਨ ਦੇ ਬਾਰੇ ਅਸੀਂ ਆਪ ਜੀ ਦੇ ਨਾਲ ਵਿਚਾਰਾਂ ਕਰਦੇ ਆਏ ਹਾਂ। ਅਸੀਂ ਪਿਛਲੇ ਜਿਹੜੇ ਸਮੇਂ ਹਨ ਉਹਨਾਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਕਿਸ ਤਰੀਕੇ ਦੇ ਨਾਲ ਰਾਗੀ ਸਿੰਘ ਕੀਰਤਨ ਕਰਦੇ ਹਨ, ਕਿਵੇਂ ਦਰਬਾਰ ਸਾਹਿਬ ਦੇ ਸਰੋਵਰ ਦੀ ਬਣਤਰ ਹੋਈ ਹੈ ਗੁਰੂ ਅਮਰਦਾਸ ਪਾਤਸ਼ਾਹ ਦੇ ਆਦੇਸ਼ ਅਨੁਸਾਰ, ਔਰ ਕਿਵੇਂ ਉਸ ਤੋਂ ਬਾਅਦ ਚੌਥੇ ਪਾਤਸ਼ਾਹ ਜੀ ਨੇ ਸਰੋਵਰ ਦੀ ਜਿਹੜੀ ਹੈ ਖੁਦਵਾਈ ਸੰਪੂਰਨ ਕਰਾਈ। ਫਿਰ ਉਸਦੇ ਅੰਦਰ ਦਰਬਾਰ ਸਾਹਿਬ ਦਾ ਜਿਹੜਾ ਹੈ ਮਨੋਹਰ ਜਿਹੜੀ ਬਿਲਡਿੰਗ ਹੈ ਉਸ ਨੂੰ ਜਿਹੜੀ ਹੈ ਉਸਦੀ ਕੰਸਟਰਕਸ਼ਨ ਕਰਵਾਈ। ਤੋ ਇਹ ਸਾਰੀਆਂ ਜਿਹੜੀਆਂ ਹਨ ਚੀਜ਼ਾਂ ਆਪ ਜੀ ਨਾਲ ਸ਼ੇਅਰ ਕੀਤੀਆਂ ਹਨ। ਔਰ ਇਹ ਵੀ ਸ਼ੇਅਰ ਕੀਤਾ ਵੀ ਕਿਵੇਂ ਉੱਥੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੀ ਜਿਹੜੀ ਮਰਿਆਦਾ ਹੈ, ਕਿਵੇਂ ਕੀਰਤਨ ਦੀਆਂ ਚੌਕੀਆਂ ਲੱਗਦੀਆਂ ਹਨ, ਔਰ ਚੌਕੀਆਂ ਤੋਂ ਭਾਵ ਕੀ ਹੈ ਕੀਰਤਨ ਕਰਨਾ। ਔਰ ਰਾਗਾਂ ਅਨੁਸਾਰ ਜਿਹੜੀ ਹੈ ਕੁਛ ਰਾਗਾਂ ਦੇ ਅਨੁਸਾਰ ਆਸਾ ਕੀ ਵਾਰ ਦੀ ਚੌਂਕੀ ਹੈ, ਉਸ ਤੋਂ ਬਾਅਦ ਆਨੰਦ ਸਾਹਿਬ ਦੀ ਚੌਂਕੀ ਹੈ, ਫਿਰ ਬਿਲਾਵਲ ਦੀ ਚੌਂਕੀ ਹੈ, ਸੋਦਰ ਦੀ ਰਾਸ ਦੀ ਹੈ, ਔਰ ਚਰਨ ਕਮਲ ਦੀ। ਇਹ ਸਾਰੀਆਂ ਜਿਹੜੀਆਂ ਚੌਂਕੀਆਂ ਹਨ ਉੱਥੇ ਲੱਗਦੀਆਂ ਹਨ। ਔਰ 22 ਤੋਂ ਵੱਧ ਜਿਹੜੇ ਕੀਰਤਨੀ ਜਥੇ ਹਨ, ਉਹ 12 ਜਿਹੜੇ ਜਥੇ ਹਨ ਉਹ ਆਪਣੇ ਇਹਨਾਂ ਸਾਰੇ ਕੀਰਤਨ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਹਨ ਉਹ ਦਿੰਦੇ ਹਨ। ਤੋ ਅਸੀਂ ਇਸ ਨੂੰ ਬੜੇ ਪਿਆਰ ਨਾਲ ਦੇਖਿਆ ਹੈ, ਔਰ ਇਹ ਵੀ ਦੇਖਿਆ ਹੈ ਕਿ ਉਸਦਾ ਕਿੰਨਾ ਸੁਹਾਣਾ ਜਿਹੜਾ ਹੈ ਅੰਦਰ ਦੀ ਬਿਲਡਿੰਗ ਹੈ, ਔਰ ਉਹ ਆਉਣ ਵਾਲੇ ਹਰ ਵੀਰ ਔਰ ਭੈਣ ਦੇ ਉੱਤੇ ਇੱਕ ਬੜਾ ਐਵਰਲਾਸਟਿੰਗ ਜਿਹੜਾ ਹਮੇਸ਼ਾ ਵਾਸਤੇ ਇੱਕ ਇੰਪ੍ਰੈਸ਼ਨ ਜਿਹੜਾ ਉਹਦੇ ਮਨ ਦੇ ਵਿੱਚ ਆਉਂਦਾ ਹੈ। ਔਰ ਉਸ ਦਾ ਮਨਮੋਹਕ ਜਿਹੜਾ ਕੀਰਤਨ ਦਾ ਪ੍ਰਭਾਵ ਹੈ ਜਾਂ ਆਲਾ ਦੁਆਲਾ ਹੈ, ਉਹ ਪ੍ਰਭਾਵ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਉਹ ਖਿੱਚੇ ਆਉਂਦੇ ਹਨ ਬਾਰ-ਬਾਰ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਵਾਸਤੇ। ਤੋ ਅਸੀਂ ਇਹ ਵੀ ਦੇਖਿਆ ਵੀ ਕੇਂਦਰੀ ਸਥਾਨ ਹੋਣ ਕਰਕੇ ਜਿਹੜੇ ਸਿੱਖ ਸੰਗਤਾਂ ਹਨ, ਜਿਸ ਵੇਲੇ ਉਹਨਾਂ ਨੂੰ ਕੋਈ ਵੀ ਜਿਹੜੀ ਕੁਦਰਤੀ ਕਿਸੇ ਤਰੀਕੇ ਦਾ ਕਹਿਰ ਜਾਂ ਔੜ ਮਹਿਸੂਸ ਹੁੰਦੀ ਹੈ ਤਾਂ ਉਹ ਇਸ ਸਥਾਨ ਦੇ ਉੱਪਰ ਜਿਹੜੇ ਹਨ ਉਹ ਪਹੁੰਚ ਜਾਂਦੇ ਹਨ, ਔਰ ਪਹੁੰਚ ਕੇ ਆਪਣੀ ਜਿਹੜੀ ਹੈ ਉਹ ਅਰਦਾਸ ਇੱਥੇ ਕਰਦੇ ਹਨ। ਭਾਵੇਂ ਮੈਂ ਇਹ ਵੀ ਗੱਲ ਕਰਦੇ ਹਾਂ ਕਿ ਸਾਰੇ ਹੀ ਜਿਹੜੇ ਸਥਾਨ ਹਨ ਉਹ ਜਿਹੜੇ ਹਨ ਉਹ ਸਾਡੇ ਵਾਸਤੇ ਸਤਿਕਾਰਯੋਗ ਹਨ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ
ਉੱਥੇ ਸਾਨੂੰ ਇਹ ਜਿਹੜੀ ਹੈ ਭਾਵਨਾ ਜਿਹੜੀ ਹੈ ਸਾਡੇ ਮਨ ਦੇ ਵਿੱਚ ਆਉਂਦੀ ਹੈ ਤੇ ਅਸੀਂ ਉੱਥੇ ਜੁੜ ਕਰਕੇ ਜਿਹੜੀ ਹੈ ਅਰਦਾਸ ਕਰਦੇ ਹਾਂ ਔਰ ਸੰਗਤਾਂ ਨੇ ਅਰਦਾਸ ਕੀਤੀਆਂ ਹਨ। ਔਰ ਜਦੋਂ ਔੜ ਪਈ ਹੈ ਉਸ ਔੜ ਦੇ ਮੌਕੇ ਦੇ ਉੱਪਰ ਹੀ ਸਾਰੀਆਂ ਸੰਗਤਾਂ ਨੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹਨਾਂ ਦੀ ਅਰਦਾਸ ਜਿਹੜੀ ਹੈ ਉਹ ਪੂਰੀ ਹੋਈ ਹੈ। ਤੋ ਇਹ ਅਰਦਾਸ ਜਿਹੜੀ ਪੂਰੀ ਹੋਣੀ ਹੈ ਇਹ ਵੀ ਇੱਕ ਤਰੀਕੇ ਦਾ ਅਸੀਂ ਕੁਦਰਤੀ ਕ੍ਰਿਸ਼ਮਾ ਕਹਿ ਸਕਦੇ ਹਾਂ ਕਿ ਜਿਵੇਂ ਅਸੀਂ ਇਹ ਕਹਿੰਦੇ ਹਾਂ ਕਿ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ, ਕਿ ਜਿਹੜੇ ਜਨ ਹਨ, ਜਿਹੜੇ ਗੁਰਸਿੱਖ ਹਨ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੋਏ ਹਨ, ਉਹ ਕਿਸ ਤਰ੍ਹਾਂ ਜੁੜ ਕਰਕੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਹਨ ਔਰ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਅਰਦਾਸਾਂ ਸੁਣਦੇ ਹਨ। ਤੋ ਅਸੀਂ ਇਹ ਵੀ ਦੇਖਿਆ ਕਿ ਉਹਦੇ ਅੰਦਰ ਜਿਵੇਂ ਅਰਦਾਸ ਜਿਹੜੀ ਅਰਦਾਸਾਂ ਦਾ ਜਿਹੜਾ ਸਿਸਟਮ ਹੈ ਉਹ ਕਿਸ ਤਰ੍ਹਾਂ ਹੈ। ਪਹਿਲੇ ਹੁਕਮਨਾਮੇ ਤੋਂ ਕੁਝ ਮਿੰਟਾਂ ਬਾਅਦ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਨ ਉਪਰੰਤ ਪਹਿਲੀ ਅਰਦਾਸ ਹੁੰਦੀ ਹੈ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਬੈਠੀ ਸੰਗਤ ਨੂੰ ਉਸ ਵਕਤ ਕੜਾਹ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਹੈ। ਔਰ ਦੂਸਰੀ ਜਿਹੜੀ ਆਸਾ ਕੀ ਵਾਰ ਦੀ ਚੌਂਕੀ ਦੇ ਭੋਗ ਉਪਰੰਤ ਦੂਸਰੀ ਅਰਦਾਸ ਹੁੰਦੀ ਹੈ ਅਤੇ ਇਸ ਸਮੇਂ ਅੰਮ੍ਰਿਤ ਵੇਲੇ ਵਾਲਾ ਹੁਕਮਨਾਮਾ ਹੀ ਦੁਬਾਰਾ ਪੜ੍ਹਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਇਸ ਹੁਕਮਨਾਮੇ ਨੂੰ ਜੋ ਅਸਲ ਵਿੱਚ ਮੁੱਖ ਵਾਕ ਹੁੰਦਾ ਹੈ ਉਸ ਵੇਲੇ ਹੁਕਮਨਾਮਾ ਵੀ ਕਿਹਾ ਜਾਂਦਾ ਸੀਗਾ, ਲੇਕਿਨ ਵਿਦਵਾਨਾਂ ਦੀ ਰਾਏ ਅਨੁਸਾਰ ਇਹ ਹੁਕਮ ਹੈ, ਇਹ ਮੁੱਖ ਵਾਕ ਹੈ। ਲਿਖਤੀ ਰੂਪ ਵਿੱਚ ਜਦੋਂ ਮੁੱਖ ਵਾਕ ਆ ਜਾਂਦਾ ਹੈ ਤੇ ਉਸ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ। ਜੋ ਸਾਡੇ ਕੋਲ WhatsApp ਜਾਂ ਦੂਸਰੇ ਤਰੀਕੇ ਨਾਲ ਪਹੁੰਚਦਾ ਹੈ ਉਹ ਲਿਖਤ ਰੂਪ ਵਿੱਚ ਮੁੱਖ ਵਾਕ ਹੁੰਦਾ ਹੈ। ਤੋ ਜੋ ਉਸ ਵੇਲੇ ਸੁਣਾਇਆ ਜਾਂਦਾ ਸੰਗਤ ਨੂੰ ਉਹ ਮੁੱਖ ਵਾਕ ਹੁੰਦਾ ਹੈ। ਤੋ ਆਨੰਦ ਦੀ ਚੌਂਕੀ ਤੋਂ ਮਗਰੋਂ ਦੁਪਹਿਰ 12 ਵਜੇ ਤੀਜੀ ਅਰਦਾਸ ਹੁੰਦੀ ਹੈ ਤੇ ਇਸ ਤੋਂ ਮਗਰੋਂ ਹੀ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਵੈਸੇ ਹਰਿਮੰਦਰ ਸਾਹਿਬ ਦੇ ਬਾਹਰਲੇ ਨਿਕਾਸ ਦੁਆਰ ਤੇ ਹਰ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਚੌਥੀ ਅਰਦਾਸ ਜਿਹੜੀ ਹੈ ਦਰਬਾਰ ਸਾਹਿਬ ਦੇ ਅੰਦਰ ਦੁਪਹਿਰ 3 ਵਜੇ ਔਰ ਚੌਥੀ ਅਰਦਾਸ ਕੀਤੀ ਜਾਂਦੀ ਹੈ। ਇਹ ਚਰਨ ਕਮਲ ਦੀ ਚੌਂਕੀ ਦੀ ਅਰਦਾਸ ਰਖਾਉਂਦੀ ਹੈ। ਇਸ ਸਮੇਂ ਸਾਰੀ ਪਰਿਕਰਮਾ ਦੇ ਦੁਪਹਿਰੀ ਇਸ਼ਨਾਨ ਜਿਹੜੇ ਹਨ ਉਹ ਵੀ ਪ੍ਰਾਰੰਭ ਹੁੰਦੇ ਹਨ ਸਾਰੀ, ਕਿਉਂਕਿ ਗਰਮੀ ਹੁੰਦੀ ਹੈ ਤੇ ਉਸ ਵੇਲੇ ਸੰਗਤਾਂ ਆਉਂਦੀਆਂ ਹਨ ਤੇ ਉਹਨਾਂ ਦੇ ਪੈਰ ਜਿਹੜੇ ਹਨ ਉਹਨਾਂ ਨੂੰ ਨਾ ਸੜਨ ਨਾ ਧੁੱਪ ਦੇ ਨਾਲ ਉੱਥੇ ਉਸ ਦੀ ਸਾਰੀ ਪਰਿਕਰਮਾ ਦੀ ਜਿਹੜੀ ਹੈ ਉਹ ਦੁਬਾਰਾ ਜਿਹੜੀ ਹੈ ਉਹ ਪਾਣੀ ਦੇ ਨਾਲ ਉਹਨੂੰ ਧੋਤਾ ਜਾਂਦਾ ਹੈ। ਫਿਰ ਪੰਜਵੀਂ ਅਰਦਾਸ ਸੋਦਰ ਤੇ ਪਾਠ ਮਗਰੋਂ ਤੇ ਪੰਜਵੀਂ ਅਰਦਾਸ ਹੁੰਦੀ ਹੈ ਅਤੇ ਅਰਦਾਸ ਉਪਰੰਤ ਹੁਕਮਨਾਮਾ ਵੀ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇੱਕ ਆਰਤੀ ਦੇ ਗਾਇਨ ਤੋਂ ਬਾਅਦ ਇੱਕ ਸੰਖੇਪ ਜੀ ਅਰਦਾਸ ਹੁੰਦੀ ਹੈ ਜੋ ਕਿ ਅਰਦਾਸੀਆ ਖੜਾ ਹੋ ਕੇ ਅਰਦਾਸ ਰੂਪ ਵਿੱਚ ਕਰਦਾ ਹੈ ਤੇ ਉੱਥੇ ਸੰਗਤਾਂ ਜਿਹੜੀਆਂ ਹਨ ਉਹ ਬੈਠੀਆਂ ਰਹਿੰਦੀਆਂ ਹਨ ਤੇ ਉੱਥੇ ਸ਼ਬਦ ਹਜੂਰ ਸ਼ਬਦ ਚੌਂਕੀ ਆਰਤੀ ਸਾਹਿਬ ਜੀ ਅਰਦਾਸੀਆ ਕਹਿੰਦਾ ਹੈ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਗਰੋਂ ਫਤਿਹ ਬੁਲਾਈ ਜਾਂਦੀ ਹੈ, ਜਿਹੜੀ ਕਿ ਵੈਸੇ ਅਰਦਾਸ ਦੇ ਸਮੇਂ ਨਹੀਂ ਬੁਲਾਈ ਜਾਂਦੀ। ਸਾਰੀ ਸੰਗਤ ਅਰਦਾਸ ਵੇਲੇ ਬੈਠੀ ਰਹਿੰਦੀ ਹੈ। ਦਰਬਾਰ ਸਾਹਿਬ ਵਿੱਚ ਇਹ ਸਭ ਤੋਂ ਸੰਖੇਪ ਰੂਪ ਵਿੱਚ ਕੀਤੀ ਜਾਂਦੀ ਰੋਜ਼ਾਨਾ ਅਰਦਾਸ ਹੈ ਜੋ 20-22 ਸਕਿੰਟਾਂ ਵਿੱਚ ਹੀ ਸੰਪੰਨ ਹੋ ਜਾਂਦੀ ਹੈ। ਇਹ ਵੀ ਇੱਕ ਅਨੋਖਾ ਜਿਹੜੀ ਹੈ ਮਿਸਾਲ ਹੈ ਦਰਬਾਰ ਸਾਹਿਬ ਦੇ ਅੰਦਰ ਜੋ ਮਰਿਆਦਾ ਚੱਲ ਰਹੀ ਹੈ। ਇਸ ਤੋਂ ਮਗਰੋਂ ਬਾਬਾ ਬੁੱਢਾ ਜੀ ਦੀ ਇਤਿਹਾਸਕ ਚੌਂਕੀ ਦਰਬਾਰ ਸਾਹਿਬ ਦੀ ਛੋਟੀ ਪਰਿਕਰਮਾ ਵਿੱਚ ਪੁੱਜਦੀ ਹੈ। ਕੁਝ ਸਮੇਂ ਲਈ ਇਸ ਚੌਂਕੀ ਦੀ ਕਾਰਵਾਈ ਅਤੇ ਅਰਦਾਸ ਕਰਕੇ ਕੀਰਤਨ ਰੁਕ ਜਾਂਦਾ ਹੈ। ਇੱਥੇ ਹੀ ਦਰਬਾਰ ਸਾਹਿਬ ਤੋਂ ਬਾਹਰ ਅਰਦਾਸ ਤੋਂ ਮਗਰੋਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਇਆ ਜਾਂਦਾ ਹੈ। ਇੱਥੇ ਵੀ ਸੰਗਤਾਂ ਨੋਟ ਕਰਨ ਕਿ ਬੋਲੇ ਸੋ ਨਿਹਾਲ ਦਾ ਜੈਕਾਰਾ ਅੰਦਰ ਨਹੀਂ ਬੁਲਾਇਆ ਜਾਂਦਾ ਅਰਦਾਸ ਤੋਂ ਮਗਰੋਂ, ਲੇਕਿਨ ਇਹ ਜਦੋਂ ਬਾਬਾ ਬੁੱਢਾ ਜੀ ਦੀ ਇਤਿਹਾਸਕ ਚੌਂਕੀ ਆਉਂਦੀ ਹੈ ਤਾਂ ਉਹ ਅਰਦਾਸ ਦੇ ਮਗਰੋਂ ਇੱਥੇ ਜਿਹੜਾ ਹੈ ਉਹ ਦਰਬਾਰ ਸਾਹਿਬ ਤੋਂ ਬਾਹਰ ਜਿਹੜਾ ਹੈ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਇਆ ਜਾਂਦਾ ਹੈ ਔਰ ਮਗਰੋਂ ਦਰਬਾਰ ਸਾਹਿਬ ਦੇ ਅੰਦਰ ਫਿਰ ਕੀਰਤਨ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਕੀਰਤਨ ਤੇ ਪਾਠ ਦੀ ਸਮਾਪਤੀ ਮਗਰੋਂ ਗੁਰੂ ਸਾਹਿਬ ਦੇ ਸੁਖ ਅਸਥਾਨ ਤੇ ਉਹਨਾਂ ਨੂੰ ਕੋਠਾ ਸਾਹਿਬ ਵਿਖੇ ਲੈ ਜਾਣ ਤੋਂ ਪਹਿਲੇ ਦਰਬਾਰ ਸਾਹਿਬ ਵਿੱਚ ਉਸ ਦਿਨ ਦੀ ਅੰਤਲੀ ਅਰਦਾਸ ਜਿਹੜੀ ਹੈ ਕੀਤੀ ਜਾਂਦੀ ਹੈ। ਤੋ ਆਓ ਅਸੀਂ ਇਸ ਦੇ ਨਾਲ ਦੇਖੀਏ ਕਿ ਕੁਝ ਹੋਰ ਵਿਸ਼ੇਸ਼ ਅਰਦਾਸਾਂ ਜਿਹੜੀਆਂ ਹਨ ਉਹ ਵੀ ਜਿਹੜੀਆਂ ਹਨ ਉਹ ਦਰਬਾਰ ਸਾਹਿਬ ਦੇ ਅੰਦਰ ਕੀਤੀਆਂ ਜਾਂਦੀਆਂ ਹਨ। ਰੂਟੀਨ ਵਿੱਚ ਜਿਹੜੀਆਂ ਅਰਦਾਸਾਂ ਨੇ ਉਹ ਆਪ ਜੀ ਨੇ ਸਰਵਣ ਕੀਤੀਆਂ ਹਨ। ਆਓ ਅਸੀਂ ਹੁਣ ਦੇਖੀਏ ਕਿ ਕੁਝ ਹੋਰ ਵਿਸ਼ੇਸ਼ ਮੌਕਿਆਂ ਦੇ ਉੱਪਰ ਵੀ ਅਰਦਾਸਾਂ ਕੀਤੀਆਂ ਜਾਂਦੀਆਂ। ਦਰਬਾਰ ਸਾਹਿਬ ਵਿੱਚ
दसियां रोजाना अरदासां तो इलावा माघी वाले दिन राग बसंत प्रारंभ करन लई दरबार साहब विच कीर्तन रोक के विशेष अरदास की जाती है। इते इवें ही होले मल्ले वाले दिन इसे राग की समाप्ति की विशेष अरदास की जाती है। इस तो अलावा दरबार साहब विखे एक विशेष अरदास उस समय में की जाती है जब किसी नवी ग्रंथी सिंह नूं पहली बारी हरमंदर साहब विच श्री दरबार साहब दे विच उस नूं सेवा जिहड़ी है वो दी जाती है। उस नूं दरबार साहब श्री गुरु ग्रंथ साहब जी के ताबिया बिठाया जाता है पहली बार। दरबार साहब विच अरदासां तो इलावा होर किसी कारण करके उत्थे कोई होर विशेष अरदास नहीं की जाती। पुराने समय विच अरदासियां सिंह अरदास तो मगरों इकल्ले खड़े होके नाल ये भी कहता हुंदा सीगा, साध संगत जी नोट करना कि महाराजा रणजीत सिंह के समय तो ये चलती आ रही सी प्रथा। ये कहता हुंदा सी कि महाराजा रणजीत सिंह, महाराजा खड़क सिंह, महाराजा शेर सिंह, कंवर नौनिहाल सिंह, प्रताप सिंह दा सच्चे पातशाह आप जी के चरणों में वासा रहे। इत्थे महाराजा दलीप सिंह का नाम नहीं सी लिया जाता क्योंकि उसने धर्म परिवर्तन कर लिया सी ते ओ सिख धर्म छड़ के ईसाई बन गया सी और इंग्लैंड चला गया सी। एक मिनट रुको फिर जरा एक मिनट ਅਸੀਂ ਗੱਲ ਕਰ ਰਹੇ ਸਾਂ ਕਿ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਅਰਦਾਸਾਂ ਆਮ ਹੁੰਦੀਆਂ ਸਨ, ਉਸ ਤੋਂ ਇਲਾਵਾ ਪੁਰਾਣੇ ਸਮੇਂ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ, ਉਸ ਤੋਂ ਮਗਰੋਂ ਜਦੋਂ ਉਹਨਾਂ ਦੀ ਚਲਾਣਾ ਹੋ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਕਾਲ ਚਲਾਣਾ, ਮਹਾਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ ਔਰ ਕੰਵਰ ਨੌਨਿਹਾਲ ਸਿੰਘ, ਪ੍ਰਤਾਪ ਸਿੰਘ, ਤਾਂ ਇੱਥੋਂ ਅਰਦਾਸ ਹੁੰਦੀ ਸੀ ਦਰਬਾਰ ਸਾਹਿਬ ਵਿੱਚ। ਅਰਦਾਸੀਆ ਇਕੱਲਾ ਖੜਾ ਹੋ ਕੇ ਇਹ ਕਹਿੰਦਾ ਹੁੰਦਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ, ਕੰਵਰ ਨੌਨਿਹਾਲ ਸਿੰਘ, ਪ੍ਰਤਾਪ ਸਿੰਘ ਦਾ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਵਿੱਚ ਵਾਸਾ ਰਹੇ। ਕਿਤੇ ਮਹਾਰਾਜ ਦਲੀਪ ਸਿੰਘ ਦਾ ਨਾਮ ਨਹੀਂ ਸੀ ਲਿਆ ਜਾਂਦਾ ਕਿਉਂਕਿ ਉਸ ਨੇ ਧਰਮ ਪਰਿਵਰਤਨ ਕਰ ਲਿਆ ਸੀ ਤੇ ਸਿੱਖੀ ਛੱਡ ਕੇ ਈਸਾਈ ਬਣ ਗਿਆ ਸੀਗੇ, ਜੋ ਬ੍ਰਿਟਿਸ਼ ਗਵਰਨਮੈਂਟ ਦੇ ਪ੍ਰਭਾਵ ਹੇਠਾਂ ਔਰ ਇੰਗਲੈਂਡ ਚਲਾ ਗਿਆ ਸੀ। ਮਗਰੋਂ ਸਿੱਖ ਰਿਆਸਤਾਂ ਦੇ ਮਹਾਰਾਜਾ ਦੇ ਵੀ ਨਾਂ ਅਰਦਾਸ ਵਿੱਚ ਲੈਣੇ ਸ਼ੁਰੂ ਹੋ ਗਏ ਅਤੇ ਇਹ ਅਰਦਾਸ ਬਹੁਤ ਲੰਮੀ ਹੋ ਗਈ, ਜਿਸ ਕਰਕੇ ਪਿਛਲੀ ਸਦੀ ਦੇ ਜੋ 18 ਦੇ ਦਹਾਕੇ ਜਿਹੜੇ ਹਨ, ਉਹਨਾਂ ਦਹਾਕਿਆਂ ਦੇ ਵਿੱਚ ਜਿਹੜਾ ਹੈ ਕੁਝ ਇਹਦੇ ਅੰਦਰ ਜਿਹੜੀ ਹੈ ਇਹ ਨਾਂ ਲੈਣੇ ਬੰਦ ਕਰ ਦਿੱਤੇ ਗਏ ਤੇ ਅਰਦਾਸ ਸਰਬੱਤ ਦੇ ਭਲੇ ਤੱਕ ਹੀ ਕੀਤੀ ਜਾਣੀ ਨਿਸ਼ਚਿਤ ਹੋਈ, ਜੋ ਹੁਣ ਵੀ ਉਵੇਂ ਹੀ ਹੋ ਰਹੀ ਹੈ। ਜੋ ਹੁਣ ਅੱਜ ਕੱਲ੍ਹ ਅਰਦਾਸ ਹੁੰਦੀ ਹੈ, ਇਹ ਉਸ ਤੋਂ ਬਾਅਦ ਜਦੋਂ ਮਹਾਰਾਜਿਆਂ ਦੇ ਨਾਂ ਲੈਣੇ ਸ਼ੁਰੂ ਕਰ ਦਿੱਤੇ ਰਿਆਸਤਾਂ ਦੇ ਵੀ, ਤਾਂ ਅਰਦਾਸ ਲੰਮੀ ਹੋਣ ਕਰਕੇ ਇਹ ਜਿਹੜੇ ਹਨ ਉਹ ਡਿਸੀਜਨ ਕਰਕੇ ਇਹ ਹੁਣ ਸਿਰਫ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਉਹ ਹੁਣ ਵੀ ਜਿਹੜੀ ਹੈ ਸਾਰੇ ਗੁਰਦੁਆਰਿਆਂ 'ਚ ਔਰ ਉੱਥੇ ਵੀ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਇਸ ਤਰ੍ਹਾਂ ਹੀ ਅਰਦਾਸ ਹੁੰਦੀ ਹੈ। ਜਦੋਂ ਕਿਸੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ, ਗੁਰਕਦੀ ਪੁਰਬ ਜਾਂ ਜੋਤੀ ਜੋਤ ਸਮਾਨ ਦਾ ਪੁਰਬ ਹੋਵੇ, ਤਾਂ ਸਵੇਰ ਦੀਆਂ ਪਹਿਲੀਆਂ 2 ਅਰਦਾਸਾਂ ਵਿੱਚ ਸੰਬੰਧਿਤ ਮੌਕਿਆਂ ਦਾ ਸੰਖੇਪ ਜਿਹਾ ਪਰ ਸ਼ਰਧਾਮਈ ਜ਼ਿਕਰ ਕਰਕੇ ਸਤਿਕਾਰ ਅਰਪਣ ਕੀਤਾ ਜਾਂਦਾ ਹੈ। ਪਰ ਦੁਪਹਿਰ ਤੋਂ ਮਗਰੋਂ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਵਿੱਚ ਉਹ ਵਿਸ਼ੇਸ਼ ਜਿਹੜੇ ਗੁਰਪੁਰਬ ਹੁੰਦੇ ਹਨ ਜਾਂ ਅਵਸਰ ਮੌਕੇ ਹੁੰਦੇ ਹਨ, ਉਹਨਾਂ ਦਾ ਵਿਸ਼ੇਸ਼ ਵਰਣਨ ਨਹੀਂ ਕੀਤਾ ਜਾਂਦਾ। ਇਹ ਮਰਿਆਦਾ ਚਿਰਾਂ ਤੋਂ ਪ੍ਰਚਲਿਤ ਹੈ ਦਰਬਾਰ ਸਾਹਿਬ ਦੇ ਅੰਦਰ। ਹਰ ਸ਼ਰਧਾਲੂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਅਰਦਾਸ ਸੱਚੇ ਮਨ ਨਾਲ ਪਰਮਾਤਮਾ ਦੇ ਦਰਬਾਰ ਵਿੱਚ ਹਾਜ਼ਰੀ ਲਵਾਉਣ ਦੀ ਕਿਰਿਆ ਹੈ। ਵਿਸ਼ੇਸ਼ ਨਾਂ ਲੈ ਕੇ ਕੁਝ ਮੰਗਣਾ ਜਾਂ ਨਾ ਮੰਗਣਾ ਦਾ ਬਹੁਤ ਪ੍ਰਭਾਵ ਨਹੀਂ, ਕਿਉਂਕਿ ਪਰਮਾਤਮਾ ਜਿਸ ਅੱਗੇ ਅਰਦਾਸ ਕੀਤੀ ਜਾਂਦੀ ਹੈ ਉਹ ਘਟ ਘਟ ਦਾ ਜਾਣਨਹਾਰ ਹੈ, ਉਸ ਤੋਂ ਕੁਝ ਵੀ ਲੁਕਿਆ ਛਪਿਆ ਨਹੀਂ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਤੀਰ ਪਛਾਣ। ਸੋ ਇਹ ਅਸੀਂ ਅਰਦਾਸ ਦੇ ਬਾਰੇ ਜੋ ਦਰਬਾਰ ਸਾਹਿਬ ਦੇ ਅੰਦਰ ਹੁੰਦੀ ਹੈ ਉਸ ਬਾਰੇ ਸੰਖੇਪ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ। ਹੁਣ ਅਸੀਂ ਦੇਖੀਏ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਹਨ ਕਈ ਜਿਹੜੇ ਹਨ ਉਹ ਮੁਸਲਮਾਨ ਧਰਮ ਦੇ ਨਾਲ, ਈਸਾਈ ਧਰਮ ਦੇ ਨਾਲ, ਹੋਰ ਦੂਜੇ ਧਰਮਾਂ ਨਾਲ, ਹਿੰਦੂ ਧਰਮ ਦੇ ਨਾਲ, ਬੋਧੀ ਵੀ ਔਰ ਅਲੱਗ-ਅਲੱਗ ਮੌਕਿਆਂ ਤੋਂ ਰਾਜ ਜਿਹੜੇ ਅਧਿਅਕਸ਼ ਹੁੰਦੇ ਹਨ, ਪ੍ਰੈਜ਼ੀਡੈਂਟ ਹੁੰਦੇ ਹਨ, ਪ੍ਰਾਈਮ ਮਿਨਿਸਟਰ ਹੁੰਦੇ ਹਨ, ਮਿਨਿਸਟਰ ਹੁੰਦੇ ਹਨ,
ਉਹ ਵੀ ਆਪਣੀ ਇੱਥੇ ਦਰਸ਼ਨਾਂ ਵਾਸਤੇ ਖਿੱਚੇ ਆਉਂਦੇ ਹਨ ਤੇ ਉਹਨਾਂ ਦੇ ਵੀ ਆਪਣੇ ਜਿਹੜੇ ਹਨ ਬੜੇ ਇੱਥੇ ਦਰਸ਼ਨ ਕਰਕੇ ਬੜੇ ਉਹਨਾਂ ਦੇ ਪ੍ਰਭਾਵਸ਼ਾਲੀ ਇੱਥੋਂ ਪ੍ਰਭਾਵ ਲੈ ਕੇ ਜਾਂਦੇ ਹਨ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂ, ਯਾਤਰੂ ਤੇ ਟੂਰਿਸਟ ਦੁਨੀਆ ਦੇ ਕੋਨੇ-ਕੋਨੇ ਤੋਂ ਹਰ ਰੋਜ਼ ਆਉਂਦੇ ਹਨ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੋਈ ਇਸ਼ਨਾਨ ਕਰ ਰਿਹਾ ਹੈ ਸਰੋਵਰ ਦੇ ਵਿੱਚ, ਕੋਈ ਪ੍ਰਕਰਮਾ 'ਚ ਬੈਠਾ ਪਾਠ ਕਰ ਰਿਹਾ ਹੈ, ਕੋਈ ਕੀਰਤਨ ਸਰਵਣ ਕਰ ਰਿਹਾ ਹੈ, ਕੋਈ ਪਵਿੱਤਰ ਪ੍ਰਕਰਮਾ ਦੇ ਕਿਸੇ ਕੋਨੇ ਵਿੱਚ ਬੈਠਾ ਆਪਣੇ ਢੰਗ ਨਾਲ ਬਾਣੀ ਦੀ ਜਿਹੜੀ ਹੈ ਉਹ ਸਟੱਡੀ ਕਰ ਰਿਹਾ ਹੈ। ਤੋ ਇਹ ਸਾਰੇ ਜਿਹੜੇ ਚੀਜ਼ਾਂ ਸਾਨੂੰ ਹੁਣ ਆਮ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਜਾਂਦੇ ਹਨ ਉਹਨਾਂ ਨੂੰ ਸਾਨੂੰ ਇਹ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਸੇਵਾ ਕਰਨ ਵਾਲੇ ਆਪਣੇ ਰੰਗ ਵਿੱਚ ਰੰਗੇ ਦਿਸਦੇ ਹਨ। ਉਹਨਾਂ ਦੇ ਮੂੰਹ ਵਿੱਚੋਂ ਇੱਕ ਸ਼ਬਦ ਸੁਣਨ ਨੂੰ ਮਿਲਦਾ ਹੈ ਤੇ ਉਹ ਹੈ ਵਾਹਿਗੁਰੂ। ਵਾਹਿਗੁਰੂ ਦੇ ਘਰ ਵਿੱਚ ਇਸ ਤੋਂ ਇਲਾਵਾ ਹੋਰ ਕੁਝ ਵੀ ਬੋਲਿਆ ਸੁਣਿਆ ਚੱਖ ਮਾਰਨ ਦੇ ਸਮਾਨ ਹੈ। ਇਸ ਸਥਾਨ ਦਾ ਅਗੰਮੀ ਪ੍ਰਤਾਪ ਹੀ ਕੁਝ ਐਸਾ ਹੈ ਕਿ ਇੱਥੇ ਆ ਕੇ ਇਕਾਗਰਤਾ ਆਪਣੇ ਆਪ ਜੀਵਨ ਦੀ ਵਾਗਡੋਰ ਸੰਭਾਲ ਲੈਂਦੀ ਹੈ। ਇੱਥੇ ਇਕਾਗਰਤਾ ਸੁਤੇ ਸਿਰ ਹੀ ਆ ਜਾਂਦੀ ਹੈ ਕਿਉਂਕਿ ਇੱਥੇ ਪ੍ਰਭੂ ਦੇ ਨਾਮ ਤੋਂ ਬਿਨਾਂ, ਬਾਣੀ ਦੇ ਕੀਰਤਨ ਤੋਂ ਬਿਨਾਂ ਕੁਝ ਹੋਰ ਇੱਥੇ ਗੱਲ ਕਰਦੇ ਹੀ ਨਹੀਂ। ਸ਼ਰਧਾਲੂ ਜਿਹੜੇ ਜਾਂਦੇ ਹਨ ਉਹਨਾਂ ਤੇ ਐਸਾ ਜਿਹੜਾ ਹੈ ਅਗੰਮੀ ਪ੍ਰਭਾਵ ਆਪਣੇ ਆਪ ਹੀ ਆ ਜਾਂਦਾ ਹੈ ਉੱਥੇ ਦਾ ਵਾਤਾਵਰਨ ਦੇਖ ਕਰਕੇ, ਉੱਥੇ ਸੰਗਤ ਦੀ ਸ਼ਰਧਾ ਦੇਖ ਕਰਕੇ। ਬੇਲੋੜੀ ਤੇ ਦੁਨਿਆਵੀ ਵਾਰਤਾਲਾਪ ਠੰਡੀ ਪੈ ਜਾਂਦੀ ਹੈ ਤੇ ਜਦ ਕੋਈ ਵਿਅਕਤੀ ਆਪਣੀ ਜ਼ੁਬਾਨ ਖੋਲਦਾ ਹੈ ਤਾਂ ਉਹ ਅਕਾਲ ਉਸਤਤ ਵਿੱਚ ਹੀ ਖੋਲਦਾ ਹੈ। ਹਰ ਸ਼ਰਧਾਲੂ ਸ਼ਰਧਾ ਵਿੱਚ ਪੂਰੀ ਤਰ੍ਹਾਂ ਭਿੱਜਿਆ ਜਿੱਧਰ ਵੀ ਜਾਂਦਾ ਹੈ ਉਸ ਨੂੰ ਪ੍ਰਭੂ ਦੀ ਕੀਰਤੀ ਦੀਆਂ ਧੁਨਾਂ ਹੀ ਸੁਣਾਈ ਦਿੰਦੀਆਂ ਹਨ। 75-80 ਸਾਲ ਜੋ ਪਹਿਲਾਂ ਤਕਰੀਬਨ ਜਦੋਂ ਦੀ ਕਿਤਾਬ ਲਿਖੀ ਹੈ ਉਸ ਤੋਂ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 100-150 ਸਾਲ ਪਹਿਲੇ ਇੱਕ ਮੁਸਲਮਾਨ ਬਜ਼ੁਰਗ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ। ਮਸਤੀ ਦੇ ਆਲਮ ਵਿੱਚ ਉਸਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਬਸਦੇ ਉਸਦਾ ਰੋਮ ਰੋਮ ਪ੍ਰਭੂ ਦੇ ਰੰਗ ਵਿੱਚ ਰੰਗਿਆ। ਭਾਈ ਵੀਰ ਸਿੰਘ ਜੀ ਅਨੁਸਾਰ ਜਦੋਂ ਪੂਰੀ ਤਰ੍ਹਾਂ ਨਿਹਾਲ ਹੋ ਕੇ ਦਰਬਾਰ ਸਾਹਿਬ ਤੋਂ ਬਾਹਰ ਛੋਟੀ ਪ੍ਰਕਰਮਾ ਵਿੱਚ ਆਇਆ ਤਾਂ ਉਸਦੇ ਨੇਤਰ ਸੇਜਲ ਸਨ ਤੇ ਸੇਜਲ ਨੇਤਰਾਂ ਨਾਲ ਕਹਿਣ ਲੱਗਾ, ਕਈ ਅਵਤਾਰ ਇਸ ਧਰਤੀ ਤੇ ਆਏ ਤੇ ਕੁਝ ਸਮਾਂ ਇੱਥੇ ਰਹਿ ਕੇ ਰੁਖਸਤ ਹੋ ਗਏ। ਗੁਰੂ ਨਾਨਕ ਸਾਹਿਬ 1469 ਈਸਵੀ ਵਿੱਚ ਇਸ ਮਾਤਲੋਕ ਵਿੱਚ ਪਧਾਰੇ, ਪਰ ਇਹ ਲੋਕ ਛੱਡ ਕੇ ਵਾਪਸ ਨਹੀਂ ਗਏ ਕਿਉਂਕਿ ਕੀਰਤਨ ਰੂਪ ਵਿੱਚ ਉਹ ਹਰਿਮੰਦਰ ਸਾਹਿਬ ਵਿੱਚ ਖੁਦਾ ਦੀ ਉਸਤਤ ਕਰਨ ਵਿੱਚ ਹਮੇਸ਼ਾ ਲੀਨ ਹਨ ਅਤੇ ਮਾਨਵਤਾ ਦੀ ਅਗਵਾਈ ਕਰਕੇ ਸਾਡਾ ਦੁਨਿਆਵੀ ਮਾਰਗ ਸੌਖਾ ਬਣਾਉਂਦੇ ਹੋਏ ਸਾਨੂੰ ਇਲਾਹੀ ਮਾਰਗ ਦਾ ਪਾਂਧੀ ਬਣਾ ਰਹੇ ਹਨ। ਇਸ ਬਜ਼ੁਰਗ ਸ਼ਰਧਾਲੂ ਵਾਂਗ ਹਰ ਕੋਈ ਦਰਸ਼ਕ ਦਰਬਾਰ ਸਾਹਿਬ ਦਰਸ਼ਨ ਕਰਨ ਉਪਰੰਤ ਇਹੀ ਮਹਿਸੂਸ ਕਰਦਾ, ਖੁਸ਼ੀ ਅਨੁਭਵ ਕਰਦਾ ਹੈ ਕਿ ਇੱਥੇ ਆ ਕੇ ਪਹਿਲੀ ਵਾਰੀ ਉਸ ਨੂੰ ਧਰਮ ਦਾ ਇਤਨਾ ਡੂੰਘਾ ਤੇ ਪਵਿੱਤਰ ਅਨੁਭਵ ਔਰ ਪ੍ਰਭਾਵ ਜਿਹੜਾ ਹੈ ਇੱਥੇ ਮਿਲਿਆ ਹੈ। ਉਹ ਇਹ ਵੇਖ ਕੇ ਦੰਗ ਹੋ ਜਾਂਦਾ ਹੈ ਕਿ ਇਸ ਥਾਂ ਤੇ ਕਿਤਨੇ ਸ਼ਰਧਾਮਈ ਤਰੀਕੇ ਨਾਲ, ਸਲੀਕੇ ਤੇ ਪਰੰਪਰਾਈ ਢੰਗ ਨਾਲ ਰਵਾਇਤਾਂ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਜਿਸ ਤੇ ਹਰ ਕੋਈ ਬਜਾ ਮਾਣ ਕਰ ਸਕਦਾ ਹੈ। ਹਰ ਕਿਸੇ ਨੂੰ ਇੱਥੇ ਧਰਮ ਦੀ ਸਰਪੱਖੀ ਵਿਆਪਕਤਾ, ਯੂਨੀਵਰਸਲਿਜ਼ਮ, ਸਾਂਝੀਵਾਲਤਾ ਦੇ ਭਰਪੂਰ ਦਰਸ਼ਨ ਹੁੰਦੇ ਹਨ ਜਿੱਥੇ ਮਾਨਵੀ ਪ੍ਰੇਮ ਸ਼ਕਤੀਸ਼ਾਲੀ ਰੂਪ ਵਿੱਚ ਪਸਰਿਆ ਹੋਇਆ ਤੇ ਹਰ ਪਲ ਵਿਕਸਿਤ ਵੀ ਹੋ ਰਿਹਾ ਹੈ। ਦਰਬਾਰ ਸਾਹਿਬ ਹਰ ਦਰਸ਼ਕ ਲਈ ਜੀਂਦੇ ਜਾਗਦੇ ਮਹਾਨ ਸਮਾਰਕ ਦੀ ਨਿਆਈ ਹੈ ਜੋ ਸਾਨੂੰ ਆਪਣੇ ਨਾਲ ਅਤੇ ਆਪਣੀ ਸੂਖਮ ਪੁਨੀਤ ਤਰੰਗਾਂ ਨਾਲ ਇਕਮਿਕ ਕਰਕੇ ਪ੍ਰਵਾਨ ਚੜਾਉਂਦਾ ਹੈ। ਇਸ ਦੀ ਜਾਬਤਾ ਬੱਧ ਸੁਸ਼ੀਲ ਤੇ ਸਰਬ ਸਾਂਝੀ ਨਿਤ ਕਿਰਿਆ ਮਨ ਨੂੰ ਟੁੰਬਦੀ ਹੈ, ਹਿਰਦੇ ਨੂੰ ਪਿਆਰ ਹੁਲਾਰਾ ਬਖਸ਼ਦੀ ਹੋਈ ਦਿਲ ਨੂੰ ਪ੍ਰਸੰਨ ਕਰਦੀ ਹੈ ਤੇ ਆਤਮਾ ਨੂੰ ਸੁਖ ਸ਼ਾਂਤੀ ਪ੍ਰਦਾਨ ਕਰਦੀ ਹੈ। ਜੋ ਮੈਂ ਆਪ ਜੀ ਨੂੰ ਬਿਆਨ ਕਰ ਰਿਹਾ ਇਹਦੇ ਅੰਦਰ ਕੋਈ ਅਤਕਥਨੀ ਨਹੀਂ। ਜਿਹੜੇ ਵੀ ਸਾਡੇ ਵਿੱਚੋਂ ਦਰਬਾਰ ਸਾਹਿਬ ਗਏ ਹਨ ਉਹਨਾਂ ਨੂੰ ਐਸਾ ਹੀ ਅਨੁਭਵ ਹੋਇਆ ਹੈ ਕਿ ਉਹ ਮੁੜ ਕੇ ਪਿੱਛੇ ਵੇਖਦੇ ਹਨ ਦਰਬਾਰ ਸਾਹਿਬ ਵੱਲ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਆਉਣ ਲੱਗਦੇ ਹਨ ਤੇ ਬਾਹਰ ਆ ਕੇ ਵੀ ਇੱਕ ਵਾਰੀ ਉਹਨਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਇੱਕ ਵਾਰੀ ਦਰਬਾਰ ਸਾਹਿਬ ਦੇ ਹੋਰ ਦਰਸ਼ਨ ਕਰ ਲਈਏ। ਹਰ ਮੰਦਰ ਮੈਂ ਮਨ ਲੋਹਟ ਹੈ, ਮੋਹਿਆ ਦੂਜੇ ਪਾਏ, ਪਾਰਸ ਪੇਟੀਏ ਕੰਚਨ ਭਇਆ, ਕੀਮਤ ਕਹੀ ਨਾ ਜਾਏ। तो ये जो परमात्मा का स्थान है, इसकी महिमा है
कि किस तरीके नाल वो साडे मनां नूं, साडी आत्मा नूं इकाग्रता बख्शदी है और टुंबदी है। दरबार साहब विच विगुते प्राणी इत्थे आके बिल्कुल जायज़ ही अनुभव करते हैं कि इत्थे दर्शन करके उन्हां दी अकाल पुरख भी शरधा वधदी है ਅਤੇ गुरबाणी ते संगत ते निरंतर उमाह सदका इस स्थान तो अंदरूनी शक्ति मिलती है, ऊर्जा मिलती है, क्योंकि यह स्थान परस्पर मानवी प्रेम ते धार्मिक पुनीतता दा केंद्र है। आत्मक खेड़े दा चश्मा है जो निरंतर बह रहा है ਅਤੇ इस दा अमृत जल मलीनता दी मैल उतार के सानू चरण जीवता दियां इलाही खुशियां दा भाईवाल बना रहा है। इत्थे ही जात पाता खत्म हो जांदियां हन ਜਦੋਂ अलग-अलग वर्णा दे, अलग-अलग धर्मां दे, अलग-अलग रेसिस दे बंदे इत्थे आ करके ਉੱਚੇ ਨੀਵੇਂ ਦੀ ਜਿਹੜੀ ਹੈ ਉਹ फर्क खत्म करके इकट्ठे सरोवर ਦੇ अंदर इशनान करते हैं। इस अलौकिक प्रभु धाम दी हर नुक्कर विच मानजनक इतिहास दे नाल सुनाई देंदे हैं। कन कन विच धार्मिकता दी मनोहर खुशबू प्रतीत हुंदी है। ये पावन पवित्र स्थान मनुखी मनां नूं साफ सुथरा करदा है, आत्मा नूं पुरनूर करदा है, शरीर नूं सुजिंद करदा है, विहार नूं शुद्ध ते शोभनीक करदा है, समाजिक भावनावां नूं भरातरी भावां नाल ओत-पोत करदा है ਅਤੇ ਇੱਥੇ ਸੁਭਾਅ ਨੂੰ ਸੁਹਿਰਦ ਬਣਾਉਂਦਾ ਹੈ। और इत्थे प्रतीत हुंदा है कि हिंदू तुर्क को राफजी इमाम साफी मानस की जात सब है, एक है पहचान वो। इस दरबार साहब दे आले दुआले भी दरबार साहब दे अंदर और बाहर ये भावना जिहड़ी है होर दृढ़ हुंदी है कि सारी मनुखता एक है। किसी मनुखता दे नाल पक्षपात करना जिहड़ा है वो परमात्मा दे जिहड़ी है वो ਜਿਹੜੀ ਉਸ ਨੂੰ ਪ੍ਰਵਾਨ ਨਹੀਂ ਹੈ परमात्मा ਨੂੰ, क्योंकि मानस ਜਿਹੜੇ ਇੱਕੋ ਹੀ ਜਿਹੇ ਹਨ। ਮਾਨਸ ਸਭੇ ਇੱਕ ਅਨੇਕ ਕੋ ਪ੍ਰਭਾਵ ਹੈ ਕਿ ਉਹ ਕਿਸੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਕਿਤੇ ਪੈਦਾ ਹੋਏ ਹੋਣ, ਉਹਨਾਂ ਦਾ ਰੰਗ ਪੱਕਾ ਹੋਵੇ, ਕਿਸੇ ਦਾ ਰੰਗ ਗੋਰਾ ਹੋਵੇ, ਕਿਸੇ ਦੀ ਸਰੀਰਕ ਫੇਸ ਦੀ ਬਣਾਵਟ ਕਿਸੇ ਹੋਰ ਤਰੀਕੇ ਦੀ ਹੋਵੇ, ਲੇਕਿਨ ਉਹ ਬਣਾਏ ਹੋਏ ਸਾਰੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੀ ਇੱਥੇ ਭਾਵਨਾ ਜਿਹੜੀ ਹੈ ਉਹ ਦੁਬਾਰਾ ਸਾਨੂੰ ਜਿਹੜੀ ਹੈ ਉਹ ਸੁਦ੍ਰਿੜ ਹੁੰਦੀ ਹੈ। ਇੱਥੇ ਦੀ ਪ੍ਰਚਲਿਤ ਮਰਿਆਦਾ ਮੁਨਕਰ ਤੋਂ ਮੁਨਕਰ ਮਨੁੱਖ ਵੀ ਇਹ ਅਸਲੀ ਸੰਦੇਸ਼ ਦੇਣ ਵਿੱਚ ਸਫਲ ਭੂਮਿਕਾ ਨਿਭਾਉਂਦੀ ਹੈ ਕਿ ਸੱਚਮੁੱਚ ਹੀ ਮਨੁੱਖ ਆਪਸ ਵਿੱਚ ਭਰਾ ਭਰਾ ਬਣ ਸਕਦੇ ਹਨ। ਇੱਥੇ ਆ ਕੇ ਸਭ ਆਪਣੇ ਆਪਣੇ ਲੱਗਦੇ ਹਨ ਤੇ ਬੇਗਾਨਾ ਕੋਈ ਦਿਸਦਾ ਹੀ ਨਹੀਂ। ਸ਼ਾਇਦ ਦੁਨੀਆ ਸਾਰੀ ਵਿੱਚ ਇਹੋ ਹੀ ਇੱਕੋ ਇੱਕ ਤੀਰਥ ਹੋਵੇਗਾ, ਸਥਾਨ ਹੋਵੇਗਾ जिथे उक्त दसे सारे वरदान रूपी गुण इतने बेनजीर रंग ढंग विच अपना जलवा दिखा रहे हों, अपना जमाल प्रगटा रहे हों ते अपने इलाही हुसन नाल हर किसी नूं माला माल कर रहे हों। रब्बी खुशियां प्रदान करने वाले इस दरबार साहब दे विच विराजमान रब्बी बाणी रूप परमात्मा दी दात बख्शण वाले पंचम पिता गुरु अर्जन साहब ने मानवता का कितना वड्डा परोपकार किया, जद कि सच नूं सच कहण अते सच हटाउण कारण उन्हां नूं खुद तत्तियां तवियां ते बैठना पिया। उन्हां दी इस महान शहीदी ने भारतीयां दा मान वधाया ते गुरु साहिब नूं हिंदुस्तान दा प्रथम शहीद होण दा मान प्राप्त होया। पर इतनी महान शहीदी नूं पिछले कई सौ सालां विच शरधामयी ढंग नाल याद करन ते सत्कार अर्पित करन दे बावजूद भी 30 मई 2000 दी रोजाना अंग्रेजी अखबार ट्रिब्यून चंडीगढ़ विच ये लिखा मिलता है कि आज दे दिन सिखां दे पंजवें गुरु अर्जन देव रावी दरिया विच डुब गए सन। ये बड़े अफसोस की गल है कि इन्हां परोपकार करन वाले गुरु अर्जन देव महाराज जी दे बारे इन्नी गलत बयानी जिहड़ी है साडे मीडिया भी जिहड़ी है कीती गई। और हुण भी जिहड़ी हिंदी दे विच श्रोमणी गुरुद्वारा प्रबंधक कमेटी वालों किताब छापी गई सिख हिस्टरी, उहदे च भी इहो ਜਿਹੀ चीज़ां जिहड़ियां हन ਉਹ लिखियां होईयां गुरु अर्जन देव महाराज दे बारे, 6वें पातशाह दे बारे, 7वें पातशाह दे बारे और 9वें पातशाह दे बारे। इसे कूड़ कबाड़ झूठ जिहड़ा है वो सानू मिथ्या मिलता है और ਉਹਨੂੰ बड़े यत्ना सदका वो किताब जिहड़ी है वो प्रोस्क्राइब हो गई है, वो जपत हो गई है।
तो ये ਜਿਹੜੀ ਗੱਲ ਹੈ ਇਹ 2030 ਮਈ ਨੂੰ ਅੰਗਰੇਜ਼ੀ ਅਖਬਾਰ ਟ੍ਰਿਬਿਊਨ ਵਿੱਚ ਲਿਖਿਆ ਸੀ। ਸੱਚ ਨੂੰ ਇਤਨਾ ਝੂਠਾ ਰੰਗ ਦੇ ਕੇ ਵੀ ਸ਼ਾਇਦ ਅਖਬਾਰ ਨੂੰ ਸ਼ਰਮ ਨਹੀਂ ਆਈ। ਜੇ ਅਖਬਾਰ ਦੀ ਇਹ ਲਿਖਤ ਸੱਚ ਹੈ ਤਾਂ ਝੂਠ ਕੀ ਹੋਵੇਗਾ, ਇਸ ਦਾ ਅੰਦਾਜ਼ਾ ਹਰ ਪਾਠਕ ਸਹਿਜੇ ਹੀ ਲਗਾ ਸਕਦਾ ਹੈ। ਅਖਬਾਰ ਦੀ ਇਹ ਅਣਗਹਿਲੀ ਹਰ ਲਿਹਾਜ਼ ਨਾਲ ਨਿੰਦਣਯੋਗ ਹੈ, ਨਖਿੱਧਣਯੋਗ ਹੈ। ਸਾਡੀ ਅਰਦਾਸ ਹੈ ਕਿ ਵਾਹਿਗੁਰੂ ਅਜਿਹੀ ਅਧੂਰੀ ਤੇ ਗਲਤ ਜਾਣਕਾਰੀ ਨੂੰ ਸੱਚ ਦਾ ਚੋਲਾ ਪਵਾ ਕੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਮਤ ਬਖਸ਼ਣ। ਇੱਕ ਕੋਈ ਕਵੀ ਗੁਰੂ ਸਾਹਿਬ ਦੀ ਇਸ ਮਹਾਨ ਸ਼ਹੀਦੀ ਨੂੰ ਕਿਵੇਂ ਸ਼ਰਧਾ ਨਾਲ ਬਿਆਨ ਕਰਦਾ ਹੈ, ਆਓ ਸੁਣੀਏ। ਗੁਰ ਦਰਬਾਰ ਦੀਆਂ ਰਖਵਾਈਆਂ ਪਿਆਰ ਤੇ ਜਿਸ ਬੁਨਿਆਦਾਂ, ਉਸ ਦੀ ਖਾਤਰ ਤਵੀ ਤਪਾਈ ਨਫ਼ਰਤ ਦੀਆਂ ਜਲਾਦਾਂ। ਰਚਨਾ ਕਰ ਗ੍ਰੰਥ ਪਵਿੱਤਰ ਜਿਸ ਬਖਸ਼ੀ ਅੰਮ੍ਰਿਤ ਬਾਣੀ, ਉਸ ਦੇ ਸਿਰ ਤੇ ਤਪਦੀ ਰੇਤਾ, ਇਹ ਕਹੀ ਕਹਿਰ ਕਹਾਣੀ। ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਤੇ ਨਿਰਮਲ ਜਲ ਦੀ ਸੀਤਲਤਾ ਅਤੇ ਗੁਰਬਾਣੀ ਦਾ ਅਲੌਕਿਕ ਪ੍ਰਵਾਹ ਤਤੀਆਂ ਤਵੀਆਂ ਦੇ ਸੇਕ ਨੂੰ ਅਕਾਲ ਪੁਰਖ ਦਾ ਭਾਣਾ ਸਮਝ ਕੇ ਸਬਰ ਸੰਤੋਖ ਦੀ ਭਾਵਨਾ ਵਿੱਚ ਜਰਨ ਦਾ ਬਲ ਪ੍ਰਦਾਨ ਕਰਦਾ ਹੈ। ਅਤੇ ਦਰਬਾਰ ਸਾਹਿਬ ਦੀ ਭੋਰਾ ਭੋਰਾ ਧਰਤੀ ਅਜਿਹੀ ਘਿਨਾਉਣੀ ਅਗਨ ਨੂੰ ਆਪਣੇ ਪਿੰਡੇ ਤੇ ਕਈ ਵਾਰ ਸਹਾਰ ਕੇ ਫਿਰ ਵੀ ਮਨੁੱਖੀ ਕਲਿਆਣ ਲਈ ਸਾਨੂੰ ਸ਼ੀਤਲਤਾ, ਸ਼ਾਂਤੀ, ਸੁਹਿਰਦਤਾ, ਪ੍ਰੇਮ ਅਤੇ ਸੁੱਚੇ ਪਿਆਰ ਦਾ ਪੈਗਾਮ ਦੇ ਰਹੀ ਤੇ ਦਿੰਦੀ ਰਹੇਗੀ। ਇਸ ਈਸ਼ਵਰੀ ਸਿੰਘਾਸਨ ਨੂੰ, ਸੱਚਖੰਡ ਪਵਿੱਤਰ ਧਾਮ ਨੂੰ ਸਦਾ ਸਦਾ ਸਤ ਸਤ ਜਿਹੜਾ ਹੈ ਉਹ ਪ੍ਰਣਾਮ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਤੋ ਆਓ ਅਸੀਂ ਦਰਬਾਰ ਸਾਹਿਬ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਨੇ ਜਿਹਨੂੰ ਇਤਿਹਾਸਕਾਰਾਂ ਨੇ ਕੁਦਰਤੀ ਚਮਤਕਾਰ ਦਾ ਨਾਂ ਦਿੱਤਾ ਹੈ। ਤੋ ਆਓ ਅਸੀਂ ਥੋੜਾ ਜਿਹਾ ਉਸ ਬਾਰੇ ਵੀ ਵਿਚਾਰ ਕਰੀਏ ਕਿ ਪਰਮਾਤਮਾ ਜਿਹੜਾ ਹੈ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਇੱਕ ਨਹੀਂ ਦਾਤ ਆਪਸ ਦੇ ਜੇ ਪਾਈਏ, ਨਾਨਕ ਸਾ ਕਰਮਾਤ ਸਾਹਿਬ ਤੁਠੇ ਜੇ ਮਿਲੇ। ਤੋ ਕਰਮਾਤ ਦਾ ਭਾਵ ਬਖਸ਼ਿਸ਼ ਹੈ। ਤੋ ਇੱਥੇ ਕਰਾਮਾਤ ਦਾ ਅਸੀਂ ਭਾਵ ਨਹੀਂ ਲੈਣਾ ਹੈ। ਆਓ ਇਸ ਦੇ ਬਾਰੇ ਥੋੜੀ ਜਿਹੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਅਤੇ ਪੰਜਾਬ ਪੂਰੇ ਤਰੀਕੇ ਨਾਲ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤਾਂ ਲਾਰਡ ਡਲਹੌਜ਼ੀ ਜੋ ਭਾਰਤ ਦਾ ਗਵਰਨਰ ਜਨਰਲ ਸੀ, ਅੰਮ੍ਰਿਤਸਰ ਆਇਆ। ਉਸਨੇ ਬੜੀ ਡੀਂਗ ਮਾਰ ਕੇ ਕਿਹਾ ਕਿ ਹੁਣ ਗੁਰੂ ਨਾਨਕ ਦਾ ਸਿੱਖ ਤਾਂ ਭਾਵੇਂ ਕੋਈ ਰਹਿ ਜਾਵੇ ਤਾਂ ਰਹਿ ਜਾਵੇ, ਪਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਦਾ ਆਪਣੇ ਪੂਰੇ ਰੂਪ ਸਰੂਪ ਵਿੱਚ ਰਹਿ ਸਕਣਾ ਮੁਸ਼ਕਲ ਹੋ ਜਾਵੇ, ਕਿਉਂਕਿ ਹਾਲਾਤ ਉਸ ਸਮੇਂ ਲਈ ਸੁਖਾਵੇਂ ਨਹੀਂ ਰਹੇ। तो ये उस वेले लार्ड डलहौजी ने दरबार साहब विजिट के दौरान अपनी यह गल कही ते उथों शुरू हुई गल हाली मुकदी नहीं पई। हाली भी वही हालात जड़े सिखां नाल चल रहे हैं। अभिमानी डलहौजी नूं इतना भी नहीं सी पता कि गुरु नानक दे सिख अते गुरु गोबिंद सिंह दे सिख कोई वक्री हस्ती दे मालक नहीं हैं, पर वक्त दा हाकम होने कारण हर कोई उसके बोलों नूं वजन दिते बगैर नहीं सी रह सकता, क्योंकि उसके भै भावनी विच सी। सिखां लई उसके बोल बड़े मंदभागे सन। इत्थों तक भी कहा जाता है कि उसने दरबार साहब की अलौकिक सुंदरता देख के ये होका भरिया कि काश ये दरबार साहब गिरजे के रूप में, चर्च के रूप में ईसाइयां नूं जिहड़ा है ये मिल जाए और इत्थे जिहड़ा है गिरजा स्थापित हो जाए। डलहौजी दे अजे शब्दां सदका उस समय के ईसाई पादरियां नूं शह मिल गई ते उन्हां अपने धर्म नूं तेजी नाल पंजाब विच फैलाउण दा अमल आरंभ किया। मैनूं लगदा है कि हुण भी पंजाब दे विच जिहड़े ईसाई हन, जिहड़े बॉर्डर एरिया दे विच जिहड़े दलितां नूं कहे जांदे दलितां नूं और इकनॉमिकली वीकर सैक्शनस नूं जिहड़ा ईसाईयत विच बदल रहे हैं, वो लार्ड डलहौजी दे लफ्ज़ां नूं दोबारा जिहड़ा मूर्तिमान करन दी कोशिश कर रहे हैं ते वो इस तरीके नाल अपने लोकां नूं भरम जाल विच फसा के ईसाईयत दा प्रचार पंजाब दे विच जोर शोर नाल कर रहे हैं। ईसाई मत दे शक्तिशाली प्रचार सदका सरकारी लालच ते कुछ दबाव कारण बहुत सारे लोकी सिख धर्म नूं तिलांजलि दे के ईसाई मत विच बड़ी तेजी नाल प्रवेश करन लग पए। ईसाई प्रचारक इस रुझान तो बहुत उत्साहित हुए ते उन्होंने इस किस्म की हवा फैला दी कि सिख धर्म हुण लगभग खत्म ही होने वाला है। जिहड़े लोग हाले भी सिखी स्वरूपी सन वो इस गल तो बहुत चिंतातुर सन कि हुण कीता की जावे।
ਤੇ ਕੌਮ ਨੂੰ ਇਸ ਮੰਦਹਾਲੀ ਭਰੀ ਅਵਸਥਾ ਵਿੱਚੋਂ ਕਿਵੇਂ ਬਾਹਰ ਕੱਢਿਆ ਜਾਏ, ਪਰ ਕੋਈ ਉਪਾਅ ਸਾਹਮਣੇ ਨਜ਼ਰ ਨਾ ਆਇਆ। ਅੰਗਰੇਜ਼ਾਂ ਨੇ ਸਿੱਖਾਂ ਤੇ ਆਪਣਾ ਪ੍ਰਭਾਵ ਹੋਰ ਦ੍ਰਿੜ ਕਰਨ ਲਈ ਦਰਬਾਰ ਸਾਹਿਬ ਦੇ ਮੁੱਖ ਦੁਆਰੇ ਦੇ ਸਾਹਮਣੇ 1862 ਈਸਵੀ ਨੂੰ ਇੱਕ ਘੰਟਾ ਘਰ ਉਸਾਰ ਦਿੱਤਾ, ਜਿਹੜਾ ਪੱਛਮੀ ਗਿਰਜੇ ਘਰ ਦੀ ਤਰਜ਼ ਤੇ ਬਣਾਇਆ ਗਿਆ ਸੀ। ਇਹ ਜੋ ਗਿਰਜਾ ਘਰ ਸੀ, ਇਹ ਬਿਲਕੁਲ ਜਿੱਥੇ ਹੁਣ ਘੰਟਾ ਘਰ ਹੈ, ਇਸ ਦੇ ਬਿਲਕੁਲ ਪਿੱਛੇ ਸੀ, ਔਰ ਇਸ ਦਾ ਲਾਲ ਜਿਹੜੀ ਹੈ ਪੱਥਰ ਦੇ ਨਾਲ ਇਸ ਨੂੰ ਬਣਾਇਆ ਗਿਆ ਸੀ। ਦੂਰ ਤੋਂ ਦੇਖਣ ਵਾਲੇ ਨੂੰ ਦਰਬਾਰ ਸਾਹਿਬ ਦਾ ਵਾਤਾਵਰਣ ਗਿਰਜਾਨੁਮਾ ਦਿਸਣ ਲੱਗ ਪਿਆ, ਜਿਸ ਨਾਲ ਸਿੱਖ ਸੰਗਤਾਂ ਨੂੰ ਦੁੱਖ ਹੋਣਾ ਸੁਭਾਵਕ ਸੀ। ਸਿੱਖਾਂ ਦੇ ਇਤਰਾਜ਼ ਤੇ ਸਰਕਾਰ ਨੇ ਇਸ ਘੰਟਾ ਘਰ ਨੂੰ ਬਣਾਉਣ ਦਾ ਬਹਾਨਾ ਇਹ ਕੱਢਿਆ ਕਿ ਉਹ ਨਗਰ ਪਾਲਿਕਾ ਦੀ ਇਮਾਰਤ ਦੀ ਟੌਰ ਵਧਾਉਣੀ ਚਾਹੁੰਦਾ ਹੈ, ਪਰ ਇਸ ਚਤੁਰਾਈ ਪਿੱਛੇ ਮਨਸੂਬੇ ਕੁਝ ਹੋਰ ਹੀ ਲੱਗਦੇ ਸਨ। ਘੰਟਾ ਘਰ ਦੀ ਉਸਾਰੀ ਦੀ ਆੜ ਵਿੱਚ ਸਰਕਾਰ ਨੇ ਕਈ ਬੁੰਗਿਆਂ ਤੇ ਵੀ ਆਪਣਾ ਕਬਜ਼ਾ ਜਮਾ ਲਿਆ, ਅਤੇ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਰਦਾਰਨੀ ਸਦਾ ਕੌਰ ਦੇ ਬੁੰਗੇ ਨੂੰ ਸਿੱਖਾਂ ਤੋਂ ਜਬਰੀ ਖੋਹ ਕੇ ਉਸ ਨੂੰ ਈਸਾਈ ਸਕੂਲ ਵਿੱਚ ਬਦਲ ਦਿੱਤਾ। ਹਵਾਲਾ ਗੋਲਡਨ ਟੈਂਪਲ ਪਾਸਟ ਐਂਡ ਪ੍ਰੈਜ਼ੈਂਟ ਪੰਨਾ 64, ਲੇਖਕ ਡਾਕਟਰ ਮਦਨਜੀਤ ਕੌਰ ਨੇ ਇਸ ਦਾ ਹਵਾਲਾ ਦਿੱਤਾ ਹੈ। ਸ਼ਹਿਰ ਦੇ 4 ਸਿੱਖ ਵਿਦਿਆਰਥੀਆਂ ਨੂੰ ਈਸਾਈ ਬਣਾ ਲਿਆ ਗਿਆ, ਅਤੇ ਜਲੰਧਰ ਵਿੱਚ ਤਾਂ ਕਈ ਸਿੱਖ ਬੱਚਿਆਂ ਦੇ ਕੇਸ ਕਤਲ ਕਰਕੇ ਉਹਨਾਂ ਦਾ ਰੱਸਾ ਬਣਾ ਕੇ ਵੇਚਿਆ ਗਿਆ। ਇੱਥੋਂ ਤੱਕ ਵੀ ਗੋਂਦ ਗੁੰਦ ਲਈ ਗਈ ਕਿ ਦਰਬਾਰ ਸਾਹਿਬ ਅਤੇ ਸਾਰੇ ਕੰਪਲੈਕਸ ਨੂੰ ਨਿਲਾਮ ਕਰਕੇ ਸਿੱਖਾਂ ਦੀ ਸ਼ਕਤੀ ਨੂੰ ਭਾਰੀ ਸੱਟ ਮਾਰੀ ਜਾਵੇ। ਪ੍ਰੋਫੈਸਰ ਸਾਹਿਬ ਸਿੰਘ ਦੀ ਪੁਸਤਕ ਮੇਰੀ ਜੀਵਨ ਕਹਾਣੀ ਅਨੁਸਾਰ 30 ਅਪ੍ਰੈਲ 1877 ਦੀ ਤਾਰੀਖ ਇਸ ਨਾਮੁਰਾਦ ਕਾਰਵਾਈ ਲਈ ਨਿਸ਼ਚਿਤ ਵੀ ਕਰ ਦਿੱਤੀ ਗਈ। ਸਿੱਖ ਇਹ ਸਭ ਕੁਝ ਦੇਖ ਸੁਣ ਕੇ ਕੁਝ ਹੀ ਕਰਨ ਤੋਂ ਬੇਵੱਸ ਸਨ। ਇਹਨਾਂ ਦੀ ਮਾਯੂਸੀ ਭਰੀ ਇਸ ਹਾਲਤ ਵਿੱਚ ਸਤਿਗੁਰਾਂ ਨੇ ਆਪ ਮਿਹਰ ਕਰ ਦਿੱਤੀ, ਅਤੇ ਇੱਕੋ ਘਟਨਾ ਨੇ ਕੌਮ ਦਾ ਮਨੋਬਲ ਤਕੜਾ ਕਰ ਦਿੱਤਾ। ਦਰਬਾਰ ਸਾਹਿਬ ਵਿਖੇ 30 ਅਪ੍ਰੈਲ 1877 ਨੂੰ ਹੀ ਅੰਮ੍ਰਿਤ ਵੇਲੇ 4:30 ਵਜੇ ਇੱਕ ਅਦਭੁਤ ਕੌਤਕ ਵਾਪਰਿਆ, ਜਿਸ ਦਾ ਵਰਣਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਖੱਬੇ ਪਾਸੇ ਜਿੱਥੇ ਘੜਿਆਲ ਟੰਗਿਆ ਹੋਇਆ ਹੈ, ਉਸਦੇ ਲਗਭਗ ਉੱਪਰ ਸੋਨੇ ਦੇ ਇੱਕ ਪੁੜੇ ਦੇ ਪੱਤਰੇ ਦੇ ਉੱਪਰ ਇਮ ਉਕਰਿਆ ਪਿਆ ਹੈ। ਸਾਧ ਸੰਗਤ ਜੀ, ਆਪ ਧਿਆਨ ਨਾਲ ਇਸ ਗੱਲ ਨੂੰ ਸੁਣਨਾ। ਸ੍ਰੀ ਦਰਬਾਰ ਸਾਹਿਬ ਜੀ ਵਿੱਚ ਵਾਪਰਿਆ ਕੁਦਰਤੀ ਚਮਤਕਾਰ, ਇਹ ਹੈਡਿੰਗ ਹੈ ਉਸਦਾ। ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ 30 ਅਪ੍ਰੈਲ 1877 ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ। ਕੋਈ 400 ਪ੍ਰੇਮੀ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਨ, ਜਦਕਿ ਅਚਨਚੇਤ ਹੀ ਬਿਜਲੀ ਦੀ ਲਿਸ਼ਕ ਦਿਸੀ। ਉਹ ਇੱਕ ਵੱਡੀ ਰੋਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਤੇ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ, ਅਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਥਾਣੀ ਇੱਕ ਰੋਸ਼ਨੀ ਦੀ ਲੀਕ ਹੋ ਕੇ ਨਿਕਲ ਗਈ। ਭਾਵੇਂ ਇਸ ਦੇ ਫਟਣ ਸਮੇਂ ਬੜੀ ਭਿਆਨਕ ਤੇ ਜ਼ੋਰਦਾਰ ਆਵਾਜ਼ ਆਈ, ਪਰ ਅੰਦਰ ਬੈਠੇ ਕਿਸੇ ਪ੍ਰੇਮੀ, ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪੁੱਜਾ। ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਇੱਕ ਚਮਤਕਾਰ ਦੱਸਦੇ ਹਨ। ਆਪਣੀ ਇੱਕ ਜਿਹੜੀ ਹੈ ਉਹ ਸਿੱਖਾਂ ਦੇ ਉੱਪਰ ਇੱਕ ਮਿਹਰ ਦੱਸਦੇ ਹਨ। ਇਹ ਕੌਤਕ ਦੇਖ ਕੇ ਅੰਗਰੇਜ਼ ਅਧਿਕਾਰੀ ਘਬਰਾ ਗਏ। ਉਹਨਾਂ ਮਾਫੀਆਂ ਮੰਗਣੀਆਂ ਸ਼ੁਰੂ ਕੀਤੀਆਂ ਅਤੇ ਦਰਬਾਰ ਸਾਹਿਬ ਵਿਖੇ ਪ੍ਰਸ਼ਾਦ ਕਰਵਾਇਆ ਕਿ ਉਹ ਰੱਬ ਨਾਲ ਗੁਨਾਹਗਾਰੀ ਕਰਨ ਤੋਂ ਬਚ ਗਏ ਹਨ। ਇਸ ਤੋਂ ਵੱਡਾ ਹੋਰ ਸਾਖਿਆਤ ਕੌਤਕ ਕੀ ਹੋ ਸਕਦਾ ਹੈ? ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅੰਮ੍ਰਿਤ ਵੇਲੇ 4:30 ਵਜੇ ਇਹ ਰੋਸ਼ਨੀ ਆਈ, ਤੇ ਆਈ ਕਿੱਥੋਂ? ਜਦਕਿ 30 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਸੂਰਜ ਸਵੇਰੇ 5:39 ਤੇ ਚੜ੍ਹਦਾ ਹੈ। ਜਦ 4:30 ਵਜੇ ਸੂਰਜ ਹੀ ਨਹੀਂ ਚੜ੍ਹਿਆ, ਤਾਂ ਉਸਨੇ ਹਾਲੇ 1 ਘੰਟਾ ਅਤੇ 9 ਮਿੰਟ ਮਗਰੋਂ ਚੜ੍ਹਨਾ ਹੈ। ਤਦ ਇਸ ਰੋਸ਼ਨੀ ਦੇ ਗੋਲੇ ਦਾ ਬਣਨਾ ਇੱਕ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ। ਵਿਗਿਆਨੀਆਂ ਇਸ ਦਾ ਜੋ ਕੋਈ ਵੀ ਸਪਸ਼ਟੀਕਰਨ ਦੇਣ, ਉਹ ਵੱਖਰੀ ਗੱਲ ਹੋਵੇਗੀ, ਪਰ ਇਸ ਕੌਤਕ ਨਾਲ ਸਮੁੱਚੀ ਕੌਮ ਨੂੰ ਨਵਾਂ ਉਤਸ਼ਾਹ ਅਤੇ ਸਰਕਾਰ ਨੂੰ ਸਹਿਮ ਪ੍ਰਾਪਤ ਹੋਇਆ। ਇਸ ਨਾਲ ਇਹ ਨਿਸ਼ਚਾ ਵੀ ਪੂਰੀ ਤਰ੍ਹਾਂ ਪਰਪੱਕ ਹੋ ਗਿਆ ਕਿ ਦਰਬਾਰ ਸਾਹਿਬ ਮਨੁੱਖੀ ਏਕਤਾ ਦੇ ਪ੍ਰਤੀਕ ਦੇ ਨਾਲ ਨਾਲ ਸਵੈਮਾਨ ਭਰਿਆ ਜੀਵਨ ਜੀਣ ਦੀ ਜੁਗਤ ਵੀ ਦੱਸਦਾ ਹੈ।
ਜਬਰ ਵਿਰੁੱਧ ਜੂਝਣ ਅਤੇ ਅਨਿਆਂ ਨੂੰ ਨਾ ਝੱਲਣ ਦਾ ਅਮਲੀ ਸਬਕ ਪ੍ਰਦਾਨ ਕਰਦਾ ਹੈ ਅਤੇ ਇਹ ਇਲਾਹੀ ਸਥਾਨ ਸੁੱਚੇ ਜਜ਼ਬਿਆਂ ਦਾ ਸੋਮਾ ਹੈ। ਇਸ ਦੇ ਫਲਸਰੂਪ ਕੌਮ ਨੂੰ ਨਵੇਂ ਸਿਰਿਓਂ ਸ਼ਕਤੀਸ਼ਾਲੀ ਬਣਾਉਣ ਦੀਆਂ ਵਿਉਂਤਾਂ ਬਣਨ ਲੱਗ ਪਈਆਂ। ਸਿੰਘ ਸਭਾ ਲਹਿਰ ਜੋ ਉਹਨਾਂ ਸਾਲਾਂ ਵਿੱਚ ਹੀ ਚੱਲੀ ਸੀ, ਉਹ ਹੋਰ ਸਰਗਰਮ ਹੋਈ ਅਤੇ ਕਈ ਉਤਸ਼ਾਹੀ ਗੁਰਸਿੱਖਾਂ ਨੇ ਕੌਮ ਨੂੰ ਨਵੇਂ ਸਿਰਿਓਂ ਬਲਵਾਨ ਕਰਨ ਹਿੱਤ ਨਵੀਆਂ ਲੀਹਾਂ ਤੇ ਪ੍ਰਚਾਰ ਕਰਨ ਦੀ ਹਿੰਮਤ ਕੀਤੀ। ਗੁਰਸਿੱਖ ਲੇਖਕਾਂ ਨੇ ਆਪਣੀਆਂ ਲਿਖਤਾਂ ਤੇ ਭਾਸ਼ਣਾਂ ਸਦਕਾ ਕੌਮ ਨੂੰ ਸੰਭਾਲਿਆ ਅਤੇ ਉਸ ਉੱਤੇ ਹੋ ਰਹੇ ਹਰ ਪ੍ਰਕਾਰ ਦੇ ਮਾਰੂ ਹੱਲਿਆਂ ਤੋਂ ਉਸ ਨੂੰ ਸੁਚੇਤ ਕੀਤਾ। ਇਕੱਲੇ ਭਾਈ ਵੀਰ ਸਿੰਘ ਜੀ ਦੇ ਯਤਨਾਂ ਨੇ ਈਸਾਈ ਪ੍ਰਚਾਰ ਨੂੰ ਠੱਲ ਪਾਉਣ ਲਈ ਬੜਾ ਵੱਡਾ ਯੋਗਦਾਨ ਪਾਉਣਾ ਪ੍ਰਾਰੰਭ ਕਰ ਦਿੱਤਾ। ਉਹਨਾਂ ਦੀਆਂ ਸ਼ਰਧਾਮਈ ਲਿਖਤਾਂ, ਵਿਦਵਤਾ ਭਰੀਆਂ ਤਕਰੀਰਾਂ ਤੇ ਬਹਿਸਾਂ ਨੇ ਸਿੱਖ ਸੋਚ ਨੂੰ ਬੜੀ ਸ਼ਕਤੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਗੁਰਸਿੱਖੀ ਪ੍ਰਚਾਰ ਨੂੰ ਸਰਵਵਿਆਪੀ ਬਣਾਉਣ ਲਈ ਲਿਥੋਗ੍ਰਾਫਿਕ ਛਾਪਾਖਾਨਾ ਲਗਾਇਆ, ਖਾਲਸਾ ਸਮਾਚਾਰ ਅਖਬਾਰ ਸ਼ੁਰੂ ਕੀਤੀ, ਖਾਲਸਾ ਬੈਂਕ ਖੋਲ੍ਹਿਆ, ਖਾਲਸਾ ਕਾਰਜ ਨੂੰ ਖਾਲਸਾਈ ਰੰਗ ਪ੍ਰਦਾਨ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਖਾਲਸਾ ਟਰੈਕਟ ਸੁਸਾਇਟੀ ਰਾਹੀਂ ਗੁਰਮਤਿ ਸਾਹਿਤ ਛਾਪ ਕੇ ਵੰਡਣ ਦੇ ਉਪਰਾਲੇ ਕੀਤੇ ਅਤੇ ਚੀਫ ਖਾਲਸਾ ਦੀਵਾਨ ਦੇ ਨਾਂ ਹੇਠ ਇੱਕ ਸਿੱਖ ਜਥੇਬੰਦੀ ਸਥਾਪਿਤ ਕੀਤੀ, ਜਿਸ ਨੂੰ ਸਿੱਖ ਸਮਾਜ ਵੀ ਵਿਦਿਆ ਦੇ ਪ੍ਰਸਾਰ ਦੀ ਜਿਹੜੀ ਹੈ ਉਹ ਸੇਵਾ ਸੌਂਪੀ ਗਈ। ਉਹਨਾਂ ਦੱਸਿਆ ਕਿ ਗੁਰਸਿੱਖ ਹਰ ਲਿਹਾਜ਼ ਨਾਲ ਬੇਮਿਸਾਲ ਜੀਵਨ ਜਾਚ ਹੈ। ਗੁਰਸਿੱਖੀ ਹਰ ਲਿਹਾਜ਼ ਨਾਲ ਬੇਮਿਸਾਲ ਜੀਵਨ ਜਾਚ ਹੈ, ਜਿਸ ਵਿੱਚ ਸਰਬੱਤ ਦੇ ਭਲੇ ਲਈ ਹੀ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਅਰਦਾਸ ਦੇ ਆਖਰੀ ਬੋਲ ਹੁੰਦੇ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੋ ਸਰਬੱਤ ਦੇ ਭਲੇ ਦੀ ਅਰਦਾਸ ਹਰ ਗੁਰਦੁਆਰੇ ਵਿੱਚ ਹੁੰਦੀ ਹੈ। ਅਜੇ ਨਵੇਂ ਪ੍ਰਾਰੰਭੇ ਪ੍ਰਚਾਰ ਨਾਲ ਈਸਾਈਆਂ ਦੇ ਮਨਸੂਬੇ ਕਾਫੀ ਹੱਦ ਤੱਕ ਬੇਅਸਰ ਹੋਣੇ ਸ਼ੁਰੂ ਹੋ ਗਏ ਤੇ ਇਹ ਇਵੇਂ ਹਨੇਰੇ ਵਿੱਚ ਪ੍ਰਗਟਿਆ ਇਹ ਰੋਸ਼ਨੀ ਦਾ ਕੁਦਰਤੀ ਗੋਲਾ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਵਿੱਚ ਫਟ ਕੇ, ਦਰਬਾਰ ਸਾਹਿਬ ਵਿੱਚ ਫਟ ਕੇ ਸਿੱਖ ਕੌਮ ਦਾ ਰਾਹ ਰੁਸ਼ਨਾ ਗਿਆ ਤੇ ਆਸ਼ਾ ਦੀ ਇੱਕ ਨਵੀਂ ਕਿਰਨ ਜਗਾ ਗਿਆ, ਜਿਸ ਦੇ ਫਲਸਰੂਪ ਕੌਮ ਸਾਵਧਾਨ ਹੋਣੀ ਸ਼ੁਰੂ ਹੋ ਗਈ ਤੇ ਮਾਯੂਸੀ ਦੇ ਬੱਦਲ ਛਟਕਣ ਲੱਗ ਪਏ ਅਤੇ ਕੌਮ ਵਾਸੀਆਂ ਦੇ ਹਿਰਦਿਆਂ ਵਿੱਚ ਦੁਬਾਰਾ ਚੜ੍ਹਦੀ ਕਲਾ ਦਾ ਵਾਸਾ ਹੋ ਗਿਆ। ਨਤੀਜੇ ਵਜੋਂ ਦਰਬਾਰ ਸਾਹਿਬ ਦੀ ਸਿਫਤੋ ਸਨਾਹ ਵਿੱਚ ਬੇਸ਼ੁਮਾਰ ਰਚਨਾਵਾਂ ਤੇ ਕਵਿਤਾਵਾਂ ਹੋਂਦ ਵਿੱਚ ਆਉਣ ਲੱਗ ਪਈਆਂ। ਉਪਮਾ ਮਿਲੇ ਨਾ ਢੂੰਡਿਆਂ, ਮਾਹੀਆ ਨੇ ਆਪਣੀ ਇੱਕ ਇਸ ਕਵਿਤਾ ਵਿੱਚ ਬੋਲਿਆ ਹੈ, ਉਪਮਾ ਮਿਲੇ ਨਾ ਢੂੰਡਿਆਂ, ਪਵਿੱਤਰ ਅੰਮ੍ਰਿਤਸਰ ਦੀ ਸਿਫਤ ਕਰਾਂ ਮੈਂ ਕਿਸ ਤਰ੍ਹਾਂ ਇਸ ਸਿਫਤੀ ਦੇ ਘਰ ਦੀ। ਦਰਬਾਰ ਸਾਹਿਬ ਵਿੱਚ ਇਸ ਤੋਂ ਪਹਿਲਾਂ ਵਾਪਰਿਆ ਇੱਕ ਹੋਰ ਅਜਬ ਕਰਿਸ਼ਮਾ ਹੈ, ਉਹ ਵੀ ਆਪ ਜੀ ਨਾਲ ਆਪਾਂ ਸਾਂਝਾ ਕਰਦੇ ਹਾਂ। 18ਵੀਂ ਸਦੀ ਦਾ ਪਹਿਲਾ ਅੱਧ ਸਿੱਖਾਂ ਲਈ ਭਾਰੀ ਭੀੜ ਦਾ ਸਮਾਂ ਸੀ। ਇਹਨਾਂ ਦੇ ਸਿਰਾਂ ਦੇ ਮੁੱਲ ਪਏ, ਪੱਤਾ ਪੱਤਾ ਇਹਨਾਂ ਦਾ ਵੈਰੀ ਸੀ, ਪਰ ਫੇਰ ਵੀ ਸਿੰਘ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਤੇ ਹਰ ਔਖ ਸੋਖ ਵੇਲੇ ਉਹਨਾਂ ਦਾ ਮੂੰਹ ਦਰਬਾਰ ਸਾਹਿਬ ਵੱਲ ਹੀ ਹੁੰਦਾ। ਦੂਜੇ ਪਾਸੇ ਸਿੱਖਾਂ ਨੂੰ ਮਾਰ ਮਕਾਉਣ ਵਾਲੇ ਵੀ ਇਹਨਾਂ ਦੇ ਨਾਲ ਨਾਲ ਦਰਬਾਰ ਸਾਹਿਬ ਤੇ ਵੀ ਹਮਲੇ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ। ਸਿੰਘਾਂ ਦਾ ਦਾਅ ਲੱਗਦਾ ਤਾਂ ਮੌਕਾ ਦੇਖ ਕੇ ਜਰਵਾਣਿਆਂ ਨੂੰ ਵੀ ਸਬਕ ਵੀ ਸਿਖਾ ਦਿੰਦੇ ਸਨ। ਜੰਗਲ ਵਿੱਚ ਰਹਿੰਦੇ ਕੁਝ ਸਿੰਘ ਜਥਿਆਂ ਨੇ ਇੱਕ ਵਾਰੀ ਸਲਾਹ ਕੀਤੀ ਕਿ ਚੱਲ ਕੇ ਦਰਬਾਰ ਸਾਹਿਬ ਦੀ ਖੈਰ ਹੀ ਲੈ ਆਈਏ ਅਤੇ ਦਰਸ਼ਨ ਇਸ਼ਨਾਨ ਵੀ ਕਰ ਲਈਏ। ਇਹ ਸੋਚ ਕੇ ਉਹਨਾਂ ਨੇ ਦਰਬਾਰ ਸਾਹਿਬ ਵੱਲ ਚਾਲੇ ਪਾ ਲਏ। ਗਾਡੀ ਰਾਹ ਤਾਂ ਉਹ ਵਰਤ ਨਹੀਂ ਸਨ ਸਕਦੇ, ਭਾਵ ਮੇਨ ਰੋਡ ਦਾ ਵਰਤ ਨਹੀਂ ਸਨ ਸਕਦੇ, ਇਸ ਲਈ ਜੰਗਲਾਂ ਵਿੱਚੋਂ ਹੋ ਕੇ ਹੀ ਲੰਘਦੇ ਗਏ ਅਤੇ ਜਿੱਥੇ ਕਿਧਰੇ ਉਹਨਾਂ ਨੂੰ ਭੁੱਖ ਲੱਗਦੀ ਉਹ ਜੰਗਲੀ ਫਲ ਫੁੱਲ ਖਾ ਲੈਂਦੇ। ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਕੁਝ ਮੀਲਾਂ ਤੇ ਹੀ ਸਨ ਕਿ ਉਹਨਾਂ ਨਾਲ ਜਾ ਰਹੇ ਬੱਚਿਆਂ ਨੂੰ ਭੁੱਖ ਨੇ ਬੇਵਲ ਕਰ ਦਿੱਤਾ। ਖੁਦਕਿਸਮਤੀ ਨਾਲ ਅੱਗੇ ਰਾਮ ਜੀ ਮਲ ਦਾ ਬਾਗ ਆਇਆ। ਉਹਨਾਂ ਉਸ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਬੱਚਿਆਂ ਲਈ ਜੋ ਵੀ ਭਾਅ ਚਾਹੇ ਲਗਾ ਕੇ ਕੁਝ ਫਲ ਦੇ ਦੇਵੇ। ਉਸਨੇ ਕਿਹਾ ਕਿ ਸਰਕਾਰ ਦੇ ਹੁਕਮ ਮੁਤਾਬਕ ਉਹ ਸਿੱਖਾਂ ਨੂੰ ਕੁਝ ਵੀ ਨਹੀਂ ਦੇ ਸਕਦਾ। ਕਿ ਸਰਕਾਰ ਸਿੰਘਾਂ ਨੇ ਦੁਬਾਰਾ ਬੱਚਿਆਂ ਦੀ ਭੁੱਖ ਦਾ ਹਵਾਲਾ ਦੇ ਕੇ ਕਿਹਾ ਕਿ ਜੋ ਮਰਜ਼ੀ ਭਾਅ ਲੈ ਲਵੋ, ਪਰ ਕੁਝ ਫਲ ਦੇ ਦਿਓ। ਉਸ ਦੁਬਾਰਾ ਸਖਤੀ ਨਾਲ ਨਾ ਕਰ ਦਿੱਤੀ। ਸਿੰਘਾਂ ਨੇ ਬਾਗ ਵਿੱਚ ਵੜ ਕੇ ਕੁਝ ਫਲ ਤੋੜ ਕੇ ਬੱਚਿਆਂ ਨੂੰ ਖਵਾ ਦਿੱਤੇ ਤੇ ਅੱਗੇ ਤੁਰ ਪਏ ਤੇ ਦਰਬਾਰ ਸਾਹਿਬ ਪਹੁੰਚ ਗਏ। ਰਾਮ ਜੀ ਨੂੰ ਕ੍ਰੋਧ ਆਇਆ
ਉਸਨੇ ਲਾਹੌਰ ਦੇ ਗਵਰਨਰ ਖਾਨ ਨੂੰ ਜਾ ਸ਼ਿਕਾਇਤ ਲਾਈ ਕਿ ਸਿੱਖ ਉਸਦੇ ਇਲਾਕੇ ਵਿੱਚ ਬਾਗੀ ਹੋ ਕੇ ਲੁੱਟਾਂ ਸੁੱਟਾਂ ਕਰ ਰਹੇ ਹਨ ਤੇ ਉਸ ਨੂੰ ਲੁੱਟ ਕੇ ਲੈ ਗਏ ਹਨ ਤੇ ਦਰਬਾਰ ਸਾਹਿਬ ਵਿੱਚ ਇਕੱਠੇ ਹੋ ਰਹੇ ਹਨ। ਅਬਦੁਲ ਸਮਦ ਖਾਨ ਨੇ ਜ਼ਕਰੀਆ ਖਾਨ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤ ਕੀਤੀ ਤੇ ਉਸਨੇ ਦਿੱਲੀ ਤੋਂ ਅਸਲਮ ਖਾਨ ਨੂੰ ਸਿੱਖਾਂ ਵਿਰੁੱਧ ਕਾਰਵਾਈ ਲਈ ਸੱਦ ਲਿਆ। ਉਸ ਇਲਾਕੇ ਦਾ ਮੁਖਬਰ ਚੌਧਰੀ ਹਰੇ ਸਹਾਏ ਸੀ। ਅਸਲਮ ਨੇ ਉਸ ਨੂੰ ਵੀ ਨਾਲ ਲਿਆ ਅਤੇ ਪੱਟੀ ਦਾ ਚੌਧਰੀ ਦੇਵਲ ਖਾਨ ਵੀ ਨਾਲ ਹੋ ਤੁਰਿਆ। ਸਾਰੇ ਆਪਣਾ ਆਪਣਾ ਲਸ਼ਕਰ ਲੈ ਕੇ ਦਰਬਾਰ ਸਾਹਿਬ ਪਹੁੰਚ ਗਏ ਤੇ ਘੇਰਾ ਪਾ ਲਿਆ। ਦਰਬਾਰ ਸਾਹਿਬ ਦੇ ਆਸ-ਪਾਸ ਤੋਪਾਂ ਭੀੜ ਦਿੱਤੀਆਂ। ਦੂਜੇ ਪਾਸੇ ਡਾਂਗਾਂ, ਬਰਛੇ ਜਾਂ ਕਿਰਪਾਨਾਂ ਹੀ ਸਨ। ਉਹ ਦਰਬਾਰ ਸਾਹਿਬ ਅੰਦਰ ਸਤਿਗੁਰ ਪਾਸ ਅਰਦਾਸ ਕਰਨ ਲੱਗ ਪਏ ਕਿ ਸਤਿਗੁਰ ਜੀ ਤੁਸੀਂ ਆਪ ਹੀ ਬੋੜੋ। ਇਸ ਦੌਰਾਨ ਜ਼ਬਰਦਸਤ ਵਰਖਾ ਸ਼ੁਰੂ ਹੋ ਗਈ ਤੇ ਮੁਗਲ ਫੌਜਾਂ ਦਾ ਸਾਰਾ ਅਸਲਾ ਗਿੱਲਾ ਹੋ ਕੇ ਨਕਾਰਾ ਹੋ ਗਿਆ। ਨਾਲ ਹੀ ਜ਼ੋਰ ਦੀ ਅਸਮਾਨੀ ਬਿਜਲੀ ਕੜਕੀ, ਜਿਹੜੀ ਹਰ ਸਹਾਏ ਤੇ ਪਈ ਤੇ ਉਹ ਉੱਥੇ ਹੀ ਸੁਆਹ ਹੋ ਗਿਆ। ਜਦ ਦਰਬਾਰ ਸਾਹਿਬ ਨੂੰ ਉਡਾਉਣ ਲਈ ਪੂਰੀ ਕੋਸ਼ਿਸ਼ ਨਾਲ ਉਹਨਾਂ ਇੱਕ ਤੋਪ ਦਾਗਣ ਦੀ ਕੋਸ਼ਿਸ਼ ਕੀਤੀ ਤਾਂ ਗਿੱਲਾ ਹੋ ਕਾਰਨ ਗੋਲਾ ਤੋਪ ਦੀ ਨਾਲੀ ਵਿੱਚ ਹੀ ਫਟ ਗਿਆ ਤੇ ਆਪਣੀ ਫੌਜ ਦਾ ਹੀ ਭਾਰੀ ਨੁਕਸਾਨ ਕਰ ਗਿਆ। ਇਹ ਦੋਨੋਂ ਕੌਤਕ ਦੇਖ ਕੇ ਪੱਟੀ ਤੱਕ ਦੇਵਲ ਖਾਂ ਚੌਧਰੀ ਵੀ ਜਾਨ ਬਚਾ ਕੇ ਨੱਸ ਗਿਆ। ਸਿੰਘਾਂ ਨੇ ਜੈਕਾਰੇ ਲਾ ਕੇ ਬਾਹਰ ਆ ਕੇ ਜਦ ਫੌਜ ਤੇ ਹਮਲਾ ਕੀਤਾ ਤਾਂ ਫੌਜ ਦੀ ਸੁੱਧ ਬੁੱਧ ਨਾ ਰਹੀ ਅਤੇ ਉਸ ਦਾ ਜਰਨੈਲ ਦੁਮ ਦਬਾ ਕੇ ਲਾਹੌਰ ਭੱਜ ਗਿਆ। ਸਿੰਘਾਂ ਦੀ ਜਿੱਤ ਹੋਈ। ਦਰਬਾਰ ਸਾਹਿਬ ਵਿੱਚ ਵਾਪਰੇ ਇਸ ਅਨੋਖੇ ਕ੍ਰਿਸ਼ਮੇ ਨੇ ਸਿੰਘਾਂ ਦੀ ਸ਼ਾਨ ਦੂਰ ਦੂਰ ਤੱਕ ਵਧਾ ਦਿੱਤੀ ਤੇ ਲੋਕੀ ਮੁਗਲ ਫੌਜ ਦੇ ਡਰਪੋਕ ਹਾਕਮਾਂ ਤੇ ਸਿਪਾਹੀਆਂ ਬਾਰੇ ਦਬੀ ਜ਼ੁਬਾਨ ਵਿੱਚ ਹਬਕੀਆਂ ਕੱਸਣ ਲੱਗ ਪਏ ਤੇ ਇਹਨਾਂ ਦਿਨਾਂ ਵਿੱਚ ਨਿਮਨ ਕਥਨ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ ਗਿਆ। ਅਰਸਾ ਮਾਰਿਆ ਦੇਵਲ ਨੱਠੀ, ਅਸਲਮ ਭੱਜ ਗਈ ਲਾਹੌਰ। ਅਸਮਲ ਖਾਂ ਤੇ ਦੇਵਲ ਨਾਮਰਦਾਂ ਵਾਂਗ ਮੈਦਾਨ ਦੇ ਜੰਗ ਵਿੱਚੋਂ ਨੱਸ ਗਏ। ਇਸ ਲਈ ਸਿੰਘਾਂ ਨੇ ਉਹਨਾਂ ਨੂੰ ਮਰਦ ਨਹੀਂ ਸਮਝਿਆ ਅਤੇ ਔਰਤਾਂ ਦੀ ਸੰਗਿਆ ਦੇ ਕੇ ਇਹੀ ਕਿਹਾ ਕਿ ਦੇਵਲ ਨੱਠੀ ਅਤੇ ਅਸਲਮ ਭੱਜ ਗਈ ਲਾਹੌਰ, ਨਾ ਕਿ ਦੇਵਲ ਨੱਸਿਆ ਅਤੇ ਅਸਲਮ ਨੱਸ ਗਿਆ ਲਾਹੌਰ। ਇਹ ਤਕਰੀਬਨ 1726 ਈਸਵੀ ਦੀ ਘਟਨਾ ਹੈ, ਜਿਸ ਦੇ ਵਾਪਰਨ ਨਾਲ ਸਿੰਘਾਂ ਦੀ ਸ਼ਕਤੀ ਵਿੱਚ ਬੇਪਨਾਹ ਵਾਧਾ ਹੋਇਆ ਅਤੇ ਮੁਗਲਾਂ ਦੀਆਂ ਸਫਾਂ ਵਿੱਚ ਮਾਤਮ ਛਾ ਗਿਆ। ਕੁਝ ਇਤਿਹਾਸਕਾਰ ਇਸ ਘਟਨਾ ਨੂੰ ਬਦਲਵੇਂ ਸਥਾਨ ਦੇ ਤੇ ਸਮੇਂ ਨਾਲ ਵੀ ਜੋੜਦੇ ਹਨ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਇੰਦਾ, ਡਰ ਮੰਗਣ ਭਿੱਖ ਨਾ ਪਾਇੰਦਾ। ਕਿ ਜੇ ਅਕਾਲ ਪੁਰਖ ਚਾਹੇ ਤਾਂ ਇਹਨਾਂ ਦੁਸ਼ਟਾਂ ਦਾ ਉਹ ਆਪ ਹੀ ਕੋਈ ਨਾ ਕੋਈ ਵਸੀਲੇ ਦੇ ਨਾਲ ਉਹਨਾਂ ਦਾ ਖਾਤਮਾ ਜਿਹੜਾ ਹੈ ਉਹ ਕਰਨ ਦਾ ਉਪਰਾਲਾ ਕਰ ਸਕਦਾ ਹੈ। ਤੋ ਆਓ ਅਸੀਂ ਅੱਜ ਥੋੜੀ ਜਿਹੀ ਇਸ ਦੇ ਬਾਰੇ ਵਿਚਾਰ ਅੱਗੋਂ ਸ਼ੁਰੂ ਕਰਾਂਗੇ ਕਿ ਸਿੱਖਾਂ ਦਾ ਦਰਬਾਰ ਸਾਹਿਬ ਨਾਲ ਕੀ ਰਿਸ਼ਤਾ ਹੈ। ਉਹ ਅਗਲੀ ਵਾਰੀ ਆਪ ਜੀ ਦੇ ਨਾਲ ਉਸ ਬਾਰੇ ਡਿਟੇਲ ਜਿਹੜੀ ਹੈ ਉਹ ਵਿਚਾਰ ਕੀਤੀ ਜਾਏਗੀ। ਅੱਜ ਦੀ ਵਿਚਾਰ ਕਰਦਿਆਂ ਹੋਇਆਂ 10 ਪਾਸੋਂ ਅਨੇਕਾਂ ਭੁੱਲਾਂ ਹੋਈਆਂ ਹਨ। ਮੈਂ ਉਹਨਾਂ ਭੁੱਲਾਂ ਦੀ ਆਪ ਸਭ ਤੋਂ ਮਾਫੀ ਮੰਗਦਾ ਹੋਇਆ ਆਪ ਤੋਂ ਅਸੀਸ ਮੰਗਦਾ ਹਾਂ ਕਿ ਇਸੇ ਤਰ੍ਹਾਂ ਆਪ ਜੀ ਦੀ ਸੇਵਾ ਕਰਦਾ ਰਹਾਂ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।